Intimation to the accounts officer, rents, and the concerned office of the Department of Public Works Punjab regarding issue of no demand certificate. The head of office shall write to the accounts officer, rents, and the concerned office of the Department of Public Works at least 2 years before the anticipated date of retirement of the government employee, who is an allottee for the issue of a no demand certificate in respect of the period preceding 8 months of the retirement of the allottee. हाँ जी। देखो लिस्ट ਤਾਂ ਆਪਾਂ ਬਣਾ ਲਈ। ਕਿਹੜੀ ਲਿਸਟ? ਕਿ ਅਗਲੇ 24 ਤੋਂ 30 ਮਹੀਨਿਆਂ ਦੇ ਵਿੱਚ ਕਿਹੜੇ ਕਰਮਚਾਰੀ ਹੈ ਜਿਹੜੇ 2-2.5 ਸਾਲਾਂ ਦੇ ਵਿੱਚ ਰਿਟਾਇਰ ਹੋਣ ਜਾ ਰਹੇ ਆ। ਉਹ ਲਿਸਟ ਅਸੀਂ ਕਿਉਂ ਕੰਪਾਈਲ ਕਰਦੇ ਆ? ਪੂਰੇ ਡਿਪਾਰਟਮੈਂਟ ਦੀ ਕੰਪਾਈਲ ਹੁੰਦੀ ਹੈ ਤਾਂ ਜੋ ਵਿਜਲ ਰਹਿ ਸਕੇ ਵੀ ਸਾਰਿਆਂ ਦਾ ਜਿਹੜਾ ਕੇਸ ਹੈ ਟਾਈਮਲੀ ਜਾ ਰਿਹਾ, ਕਿਸੇ ਕੇਸ 'ਚ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ। ਰੂਲਾਂ 'ਚ ਲਿਖਤਾ ਇਹ ਪੈਨਸ਼ਨ ਨੂੰ ਇੱਕ ਅਹਿਮ ਮੁੱਦਾ ਜਿਹੜਾ ਮੈਟਰ ਹੈਗਾ, ਮਾਮਲਾ ਹੈਗਾ, ਇਹਨੂੰ ਰੂਲਾਂ 'ਚ ਵਿਚਾਰਿਆ ਗਿਆ ਹੈ ਤਾਂ ਕਿ ਇਹਦੇ ਪ੍ਰਤੀ ਕੋਈ ਲੈਪਸ ਨਾ ਆ ਸਕੇ। ਸੋ ਕਹਿੰਦੇ ਜਦੋਂ ਤੁਹਾਡੇ ਕੋਲ ਲਿਸਟ ਆ ਗਈ, ਮੰਨ ਲਓ 10 ਪੈਨਸ਼ਨਰ ਦੀ 10 ਕਰਮਚਾਰੀਆਂ ਦੀ ਲਿਸਟ ਆ ਗਈ ਜਿਹੜੇ ਅਗਲੇ 2.5 ਸਾਲ 'ਚ ਰਿਟਾਇਰ ਹੋਣ ਜਾ ਰਹੇ ਆ, ਤਾਂ 2 ਸਾਲ ਪਹਿਲਾਂ ਤੁਸੀਂ ਕਾਰਵਾਈ ਸ਼ੁਰੂ ਕਰ ਦੇਣੀ ਹੈ। 9.2 ਕੀ ਕਹਿੰਦਾ ਹੈ? 2 ਸਾਲ ਪਹਿਲਾਂ ਤੁਸੀਂ ਜਿਨ੍ਹਾਂ ਕੋਲ ਰਿਹਾਇਸ਼ੀ ਕੁਆਟਰ ਹੈਗੇ ਹੈ ਉਹਨਾਂ ਦਾ ਤੁਸੀਂ ਨੋ ਡਿਮਾਂਡ ਸਰਟੀਫਿਕੇਟ, ਵੈਸੇ ਸਾਰਿਆਂ ਦਾ ਮੰਗਾਓਗੇ, ਪਰ ਜਿਨ੍ਹਾਂ ਦਾ ਰਿਹਾਇਸ਼ੀ ਕੁਆਟਰ ਹੈਗਾ ਹੈ ਨਾ, ਵੈਸੇ ਤਾਂ ਇਹ ਆਪਣੀ ਜਿਹੜੀ ਬ੍ਰਾਂਚਿਸ ਬਣੀਆਂ ਹੁੰਦੀਆਂ ਦਫ਼ਤਰ ਦੇ ਵਿੱਚ ਉਹੀ ਦੱਸ ਦਿੰਦੇ ਵੀ ਕਰਮਚਾਰੀ ਕੋਲ ਕੁਆਟਰ ਹੈ ਜਾਂ ਨਹੀਂ। ਜੇ ਕੁਆਟਰ ਹੁੰਦਾ ਹੈ ਫਿਰ ਅਸੀਂ NDC ਲਈ AO ਰੈਂਟਸ ਨੂੰ ਲਿਖ ਦਿੰਦੇ ਹਾਂ, ਅਕਾਊਂਟਸ ਅਫਸਰ ਰੈਂਟਸ ਨੂੰ, ਤੇ PWD ਡਿਪਾਰਟਮੈਂਟ ਨੂੰ, ਵੀ ਆਹ ਕਰਮਚਾਰੀ ਨੇ ਤੁਹਾਡੇ ਕੋਲੇ ਕੁਆਟਰ ਲਿਆ ਹੋਇਆ ਹੈ ਤੇ ਇਹ ਕਰਮਚਾਰੀ ਅਗਲੇ 2 ਸਾਲਾਂ ਦੇ ਵਿੱਚ ਰਿਟਾਇਰ ਹੋ ਰਿਹਾ। ਠੀਕ ਹੈ, ਡੇਟ ਆਫ ਰਿਟਾਇਰਮੈਂਟ ਦੱਸ ਦੇਣੀ ਹੈ। ਤਾਂ ਕਹਿੰਦੇ ਤੁਸੀਂ NDC ਜਿਹੜਾ ਇਸ਼ੂ ਕਰਨਾ ਹੈ, ਕਦੋਂ ਇਸ਼ੂ ਕਰਨਾ ਹੈ? 8 ਮਹੀਨੇ ਪਹਿਲਾਂ ਰਿਟਾਇਰਮੈਂਟ ਤੋਂ। ਜਿਹਨੂੰ ਤੁਸੀਂ ਮਕਾਨ ਦਿੱਤਾ ਹੋਇਆ ਹੈ ਉਹਦੀ ਰਿਟਾਇਰਮੈਂਟ ਜਿਹੜੀ ਹੈਗੀ ਹੈ ਉਹ ਤੋਂ 8 ਮਹੀਨੇ ਪਹਿਲਾਂ NDC ਨੋ ਡਿਮਾਂਡ ਸਰਟੀਫਿਕੇਟ ਇਸ਼ੂ ਕਰਨਾ ਹੈ। ਇਹਦਾ ਮਤਲਬ ਕੀ ਹੈ ਕਿ ਮਤਲਬ ਉਸ ਪਰਟੀਕੂਲਰ ਡਿਪਾਰਟਮੈਂਟ ਦੀ ਕਰਮਚਾਰੀ ਵੱਲ ਕੋਈ ਡਿਮਾਂਡ ਬਾਕੀ ਨਹੀਂ ਹੈਗੀ, ਹੈ ਨਾ। ਕਿਰਾਇਆ ਲੈਣਾ ਹੁੰਦਾ ਹੈ, ਕੋਈ ਹੋਰ ਟੁੱਟ ਭੱਜ ਹੋ ਗਈ ਉਹ ਲੈਣੀ ਹੈ ਨਾ, ਰਿਕਵਰ ਲਾਇਸੈਂਸ ਫੀ ਰਿਕਵਰ ਕਰਨੀ ਹੈ, ਉਹ ਕਰਮਚਾਰੀ ਤੋਂ ਵਸੂਲਦੇ। ਤਾਂ ਜੇ ਕੋਈ ਬਕਾਇਆ ਨਹੀਂ ਰਹਿੰਦਾ ਤਾਂ ਅਸੀਂ ਕੀ ਲਿਖਦੇ ਹਾਂ? ਨੋ ਡਿਮਾਂਡ ਸਰਟੀਫਿਕੇਟ। ਹਾਂਜੀ, ਸੈਕਿੰਡ। On receipt of the intimation under Sub-Rule 1, the AO rents and the concerned office of the Department of Public Works shall take further action as provided in Rule 9 star. ਹੁਣ ਇਹ ਆਰਡਰ ਜਿਹੜਾ ਹੈਗਾ AO ਰੈਂਟਸ ਵਾਸਤੇ ਹੈ ਤੇ PWD ਵਾਸਤੇ ਹੈ, ਵੀ ਉਹਨਾਂ ਨੇ ਕਿਵੇਂ ਐਕਸ਼ਨ ਲੈਣਾ। ਉਹਨਾਂ ਨੇ 9.17 ਚ ਜੋ ਦਿੱਤਾ ਹੋਇਆ ਉਹਦੇ ਹਿਸਾਬ ਨਾਲ ਐਕਸ਼ਨ ਲੈਣਾ। ਦੇਖੋ ਆਪਾਂ ਕੱਲ ਗੱਲ ਕਰਕੇ ਹਟੇ ਸੀ 6ਵੇਂ ਚੈਪਟਰ ਦੇ ਵਿੱਚ। 6ਵੇਂ ਚ ਕੀ ਗੱਲ ਕੀਤੀ ਸੀ ਕਿ ਕਰਮਚਾਰੀ ਦੀ ਮੌਤ ਹੋ ਜਾਂਦੀ ਹੈ। ਅਖੀਰਲੇ ਜਿਹੜੇ ਰੂਲਾਂ 'ਚ ਅਸੀਂ ਕਰਮਚਾਰੀ ਦੀ ਮੌਤ ਉਪਰੰਤ ਜਿਹੜਾ ਪੈਨਸ਼ਨ ਕੇਸ ਭੇਜਦੇ ਆ, ਫੈਮਿਲੀ ਪੈਨਸ਼ਨ, ਉਹਦੀ ਟਾਈਮਲਾਈਨ ਦੀ ਡਿਸਕਸ਼ਨ ਕੀਤੀ ਸੀ। ਉਹਦੇ ਵਿੱਚ ਵੀ ਆਪਾਂ AO ਰੈਂਟਸ ਤੇ PWD ਨੂੰ ਲਿਖਿਆ ਸੀ ਵੀ ਨੋ ਡਿਮਾਂਡ ਸਰਟੀਫਿਕੇਟ ਇਹਦਾ ਭੇਜ ਦਿਓ, ਹੈ ਨਾ। ਉਹਨਾਂ ਨੇ ਭੇਜਣਾ ਹੁੰਦਾ ਤੇ ਮੀਨ ਟਾਈਮ 'ਚ ਆਪਾਂ ਕੇਸ ਆ ਜਿਹੜਾ AG ਨੂੰ ਭੇਜਤਾ ਸੀ, ਹੈ ਨਾ। ਉਹ 'ਚ ਸਾਲ ਵਾਲਾ ਕੰਸੈਪਟ ਪੜ੍ਹਿਆ ਸੀ ਆਪਾਂ ਕਿ ਮੌਤ ਤੋਂ ਉਪਰੰਤ ਸਾਲ ਤੱਕ ਜਿਹੜਾ ਉਹਨਾਂ ਨੇ ਹੈਡ ਆਫ ਆਫਿਸ ਨੇ ਕਟੌਤੀ ਕਰਨੀ ਹੁੰਦੀ, ਅਸੈਸਮੈਂਟ ਕਰਕੇ ਦੇਣਗੇ ਉਹ, ਜਿਵੇਂ ਵੀ ਸੀ ਜੋ ਵੀ ਸੀ ਆਪਾਂ ਪੜ੍ਹਿਆ, ਹੈ ਨਾ। ਉੱਥੇ AO ਰੈਂਟਸ ਤੇ PWD ਦਾ ਉੱਥੇ ਵੀ ਆਇਆ ਸੀ। ਇਹ ਹੁਣ ਜਿਹੜਾ ਨਾਰਮਲ ਪੈਨਸ਼ਨ ਕੇਸ ਹੈ ਸੁਪਰ ਐਨੂਏਸ਼ਨ ਦਾ, ਉਹਦੀ ਗੱਲ ਕਰ ਰਹੇ ਆ ਕਿ ਤੁਸੀਂ AO ਰੈਂਟਸ ਤੇ PWD ਨੂੰ 2 ਸਾਲ ਪਹਿਲਾਂ ਲਿਖ ਦੋਗੇ। ਉਹਨਾਂ ਨੇ 8 ਮਹੀਨੇ ਪਹਿਲਾਂ ਜਿਹੜਾ NDC ਜਾਰੀ ਕਰਕੇ ਭੇਜ ਦੇਣਾ ਤਾਂ ਜੋ ਜਿਹੜੀ ਸਾਡੀ ਟਾਈਮਲਾਈਨ ਆ ਉਹ ਫੋਲੋ ਹੋ ਸਕੇ। ਉਹ ਤੋਂ ਬਾਅਦ ਆ ਜੀ 9.3 ਪ੍ਰੈਪਰੇਸ਼ਨ ਆਫ ਪੈਨਸ਼ਨ ਪੇਪਰਸ। Every head of office shall undertake the work of preparation of pension papers in Form Pen 1, 2 years before the date on which a government employee is due to retire on superannuation.
or on the date on which he proceeds on leave preparatory to retirement, whichever is earlier. ਹਾਂਜੀ, ਫਾਰਮ ਪੈਨ 1 ਆਪਾਂ ਜਿਹੜਾ ਭਰਵਾਉਣਾ, ਹੈੱਡ ਆਫ ਆਫਿਸ ਦੀ ਜ਼ਿੰਮੇਵਾਰੀ ਹੈ, ਉਹਨੇ ਰਿਟਾਇਰਮੈਂਟ ਤੋਂ 2 ਸਾਲ ਪਹਿਲਾਂ ਜਾਂ ਲੀਵ ਪ੍ਰੀਪੇਰੇਟਰੀ ਟੂ ਰਿਟਾਇਰਮੈਂਟ ਤੇ ਜਾਣ ਤੋਂ ਪਹਿਲਾਂ ਜਿਹੜਾ ਫਾਰਮ ਪੈਨ 1 ਆ ਭਰਵਾਉਣਾ। ਉਹ ਤੋਂ ਬਾਅਦ ਆ ਗਏ ਜੀ ਸਟੇजेस ਫॉर ਕੰਪਲੀਸ਼ਨ ਆਫ ਪੈਨਸ਼ਨ ਪੇਪਰਸ 9.4। ਹਾਂਜੀ, The head of office shall divide the period of preparatory work of 2 years referred to in Rule 9 in the following 3 stages. ਹਾਂਜੀ ਪੜ੍ਹ ਲਓ ਜੀ ਵੀ। First stage, verification of service. The head of office shall go through the service book of the government employee and satisfy himself as to whether the certificates of verification for the entire service are recorded therein. In respect of the unverified portion or portions of service, he shall arrange to verify the portion or portions of such service as the case may be, with reference to pay bills, acquittance rules, or other relevant records, and shall record necessary certificates in the service book. If the service book ਬਸ ਹੁਣ ਦੇਖੋ ਇਹ ਕੀ ਕਹਿੰਦੇ ਆ, ਕੰਪਲੀਸ਼ਨ ਪੈਨਸ਼ਨ ਪੇਪਰ ਜਿਹੜੇ ਤਿਆਰ ਕਰਦੇ ਆ, ਪੈਨਸ਼ਨ ਦਾ ਕੇਸ ਹੈ ਜਿਹੜਾ ਤਿਆਰ ਕਰਦੇ ਆ, ਹੁਣ ਤਾਂ HRMS ਤੇ ਹੋਣ ਲੱਗ ਗਿਆ, ਇਹ ਤੋਂ ਪਹਿਲਾਂ ਜਿਹੜਾ ਪੈਨਸ਼ਨ ਕੇਸ ਤਿਆਰ ਹੁੰਦਾ ਸੀ ਉਹਦੇ ਬਾਰੇ ਜਾਣਕਾਰੀ ਲੈਨੇ ਆਪਾਂ। ਠੀਕ ਹੈ, ਹੁਣ ਵੀ ਖੈਰ ਕੁਝ ਜਿਹੜੇ ਸਟੈਪਸ ਆ ਉਹ ਤਾਂ ਹਜੇ ਵੀ ਫੋਲੋ ਹੋਣਗੇ। ਜਿਵੇਂ ਪਹਿਲਾ ਜਿਹੜਾ ਸਟੇਜ ਹੈ, ਪਹਿਲੀ ਸਟੇਜ ਆ ਵੈਰੀਫਿਕੇਸ਼ਨ ਆਫ ਸਰਵਿਸ। ਹੁਣ ਆਪਾਂ ਗੱਲ ਕੀਤੀ ਸੀ ਬਈ ਕੋਈ 9/9/90 ਨੂੰ ਮੰਨ ਲਓ ਕੋਈ ਜੁਆਇਨ ਕਰਦਾ ਹੈ, 9/9/90 ਨੂੰ ਜੁਆਇਨ ਕਰਦਾ ਹੈ। ਦੋ 2022 ਦੇ ਵਿੱਚ ਮੰਨ ਲਓ ਉਹ 30/4/22 ਨੂੰ ਰਿਟਾਇਰ ਹੋ ਗਿਆ, 9/9/90 ਤੋਂ 30/4/22 ਰਿਟਾਇਰ ਹੋ ਗਿਆ ਮੰਨ ਲਓ ਜੁਆਇਨਿੰਗ ਤੋਂ ਬਾਅਦ। ਇੱਥੇ ਇਹਦਾ ਕੁਝ ਸਮਾਂ ਲੱਗਿਆ ਹੈ ਨਾ, 90 ਤੋਂ 22 ਤੱਕ, 9ਵੇਂ ਮਹੀਨੇ 90 ਤੋਂ ਚੌਥੇ ਮਹੀਨੇ 22 ਤੱਕ ਸਮਾਂ ਲੱਗਿਆ ਇਹਦਾ, ਕੁਝ ਵੀ ਸਮਾਂ ਲੱਗਿਆ। ਤਾਂ ਇਹ ਹੋ ਸਕਦਾ ਹੈ ਵੀ ਇਹ ਪੂਰਾ ਜਿਹੜਾ ਸਮਾਂ ਮੰਨ ਲਓ x ਮੰਨ ਲਿਆ ਸੀ, ਟੋਟਲ ਸਮਾਂ x ਮੰਨ ਲਿਆ, ਕਿ ਇਹ x ਪੂਰਾ ਕੁਆਲੀਫਾਈਂਗ ਸਰਵਿਸ ਨਾ ਹੋਵੇ। ਕੁਆਲੀਫਾਈਂਗ ਸਰਵਿਸ ਕੀ ਹੁੰਦੀ ਸੀ? ਐਸੀ ਸੇਵਾ ਜਿਹੜੀ ਅਸੀਂ ਪੈਨਸ਼ਨ ਕੈਲਕੂਲੇਸ਼ਨ ਵੇਲੇ ਲੈਣੇ ਹੁੰਦੇ ਹਾਂ। ਪੈਨਸ਼ਨ ਦੀ ਜਦੋਂ ਕੈਲਕੂਲੇਸ਼ਨ ਕਰਨੀ ਹੈ ਤਾਂ ਅਸੀਂ ਕੁਆਲੀਫਾਈਂਗ ਸਰਵਿਸ ਕੱਢਦੇ ਹਾਂ, ਮਤਲਬ ਕਿੰਨੀ ਸੇਵਾ ਉਹਦੀ ਹੋ ਚੁੱਕੀ ਹੈ। ਹੁਣ ਸੇਵਾ ਦਾ ਉਹਦੀ x ਹੋ ਚੁੱਕੀ ਹੈ, ਮੰਨ ਲਓ ਸਾਰੀ ਕੁਆਲੀਫਾਈਂਗ ਹੈਗੀ ਹੈ ਕਿ ਨਾ, ਇਹ ਸਾਨੂੰ ਨਹੀਂ ਪਤਾ ਹੈਗਾ। ਉਹ ਅਸੀਂ ਕਿਵੇਂ ਚੈੱਕ ਕਰਦੇ ਹਾਂ? ਸਰਵਿਸ ਵੈਰੀਫਿਕੇਸ਼ਨ ਤੋਂ। ਠੀਕ ਹੈ, ਉਹਦੇ ਵਿੱਚ ਸੇਵਾ ਤਸਦੀਕ ਹੁੰਦੀ ਹੈ ਹਰ ਸਾਲ, ਪੇ ਬਿਲਾਂ ਦੇ ਬੇਸ ਤੇ, ਕੁਇਟਨਸ ਰੋਲਸ ਦੇ ਬੇਸ ਤੇ, ਜਾਂ ਕਿਸੇ ਵੀ ਚੀਜ਼ ਦੇ ਬੇਸ ਤੇ ਸਰਵਿਸ ਵੈਰੀਫਾਈ ਹੁੰਦੀ ਹੈ। ਵੈਰੀਫਿਕੇਸ਼ਨ ਆਫ ਸਰਵਿਸ ਦੀ ਗੱਲ ਹੈ। ਤਾਂ ਕਹਿੰਦੇ ਹੈੱਡ ਆਫ ਆਫਿਸ ਨੇ ਜਿਹੜੀ ਕਰਮਚਾਰੀ ਦੀ ਸੇਵਾ ਪੱਤਰੀ ਹੋਊਗੀ, ਸਰਵਿਸ ਬੁੱਕ ਹੋਊਗੀ, ਉਹ ਖੋਲ ਲੈਣੀ ਹੈ ਤੇ ਉਹਦੇ ਵਿੱਚ ਸਾਰੇ ਸਰਟੀਫਿਕੇਟ ਚੈੱਕ ਕਰਨੇ ਵੀ ਰਿਕਾਰਡ ਕੀਤੇ ਹੋਏ, ਕੋਈ ਹੈਗਾ ਤਾਂ ਨਹੀਂ। ਮੰਨ ਲਓ ਮੈਂ ਤੁਹਾਨੂੰ ਦੱਸਤਾ ਕਿ ਆਏ ਸਾਲ ਕਰਨਾ ਹੈ, ਹੋ ਸਕਦਾ ਕਰਮਚਾਰੀ ਦੀ ਪਹਿਲਾਂ ਬਦਲੀ ਹੋ ਜੇ ਸਾਲ ਖਤਮ ਹੋਣ ਤੋਂ ਪਹਿਲਾਂ, ਤਾਂ ਉੱਥੇ ਪਹਿਲਾਂ ਵਾਲੀ ਰੇਟ ਤੇ ਰਿਕਾਰਡ ਹੋ ਜਾਊਗਾ। ਹੋ ਸਕਦਾ ਹੈ ਪ੍ਰਮੋਸ਼ਨ ਹੋ ਜੇ, ਉੱਥੇ ਪਹਿਲਾਂ ਵਾਲੀ ਰੇਟ ਤੋਂ ਰਿਕਾਰਡ ਹੋ ਜਾਊਗਾ, ਹੈ ਨਾ। ਟੁੱਟਵੇਂ ਪੀਰੀਅਡ ਵੀ ਰਿਕਾਰਡ ਹੋ ਸਕਦੇ ਆ। ਤਾਂ ਸਾਰੇ ਚੈੱਕ ਕਰਨੇ ਆ, ਸਾਰੇ ਚੈੱਕ ਕਰਕੇ ਉਹਨੂੰ ਨੰਬਰਿੰਗ ਕਰ ਦੇਣੀ ਹੈ ਕਿ ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ, ਛੇਵਾਂ, ਹੈ ਨਾ। ਜਿਵੇਂ 9/9/90 ਤੋਂ ਸਟਾਰਟ ਹੋ ਗਿਆ, 9/9/90 ਤੋਂ ਲੈ ਕੇ 31/3/91 ਤੱਕ ਮੰਨ ਲਓ ਪਹਿਲਾ ਹੋ ਗਿਆ, ਫਿਰ 1/4/91 ਤੋਂ 31/3/92 ਤੱਕ ਦੂਜਾ ਹੋ ਗਿਆ, ਜਿਵੇਂ ਵੀ ਚੱਲਿਆ, ਹੈ ਨਾ। ਐਂ ਕਰਕੇ 1 2 3 4 ਇਹਦੀ ਅਸੀਂ ਇੱਕ ਸ਼ੀਟ ਬਣਾਉਣੇ ਹੁੰਦੇ ਆ ਪੈਨਸ਼ਨ ਜਦੋਂ ਕਾਗਜ਼ ਤਿਆਰ ਕਰਦੇ ਆ, ਇੱਕ ਕੁਆਲੀਫਾਈਂਗ ਸਰਵਿਸ ਦੀ ਸ਼ੀਟ ਬਣਦੀ ਹੈ, ਹਿਸਟਰੀ ਸ਼ੀਟ। ਉਹ ਸ਼ੀਟ ਤੇ ਅਸੀਂ ਸਾਰੇ ਸੀਰੀਅਲ ਨੰਬਰ ਪਾ ਕੇ ਵੀ ਪਹਿਲਾ ਜਿਹੜਾ ਸਰਟੀਫਿਕੇਟ ਹੈ ਉਹ 9/9/90 ਤੋਂ ਦਿੱਤਾ ਹੋਇਆ ਜੀ, ਕਦੋਂ ਤੱਕ ਦਿੱਤਾ? 31/3/91 ਤੱਕ। ਕੋਈ ਪੈਟ ਨਹੀਂ ਹੈਗਾ, ਕਦੋਂ ਤੱਕ ਦੇਣਾ, ਜਦੋਂ ਮਰਜ਼ੀ ਦੇ ਸਕਦੇ। ਫਿਰ 1/4/91 ਤੋਂ ਦੂਜਾ ਸਰਟੀਫਿਕੇਟ ਦਿੱਤਾ ਹੋਇਆ, ਕਦੋਂ ਤੱਕ ਦਿੱਤਾ? ਇਹ ਮੰਨ ਲਓ
2 ਸਾਲਾਂ ਦਾ ਦਿੱਤਾ ਹੋਇਆ ਹੈ ਨਾ, 93 ਤੱਕ। ਜਿਵੇਂ ਵੀ ਹੈ ਨਾ, ਐਂ ਕਰਕੇ ਸੋ ਆਨ, ਉਹ ਸਾਰੀ ਸੇਵਾ ਜਿਹੜੀ ਉਹ ਸਾਨੂੰ ਪਤਾ ਲੱਗ ਜੂਗੀ। ਹੁਣ ਇਹ ਹੋ ਸਕਦਾ ਵੀ ਕੁਝ ਪੀਰੀਅਡ ਇੱਥੇ ਅਨਵੈਰੀਫਾਈਡ ਹੋਵੇ, ਹੈ ਨਾ। ਪਹਿਲਾਂ ਕੀ ਕਹਿੰਦੇ ਆ, ਸਾਰਾ ਦੇਖਣਾ ਹੈ ਵੀ ਸਾਰੇ ਵੈਰੀਫਿਕੇਸ਼ਨ ਸਰਟੀਫਿਕੇਟ ਦਿੱਤੇ ਹੋਏ ਆ। ਠੀਕ ਹੈ, ਵੈਰੀਫਿਕੇਸ਼ਨ ਸਰਟੀਫਿਕੇਟ ਦੀ ਲੈਂਗੁਏਜ ਕੀ ਹੁੰਦੀ ਹੈ, ਕੀ ਲਿਖਿਆ ਹੋਊਗਾ ਕਿ ਸਰਵਿਸ ਫਰੋਮ 9990 ਤੋਂ 31391 ਇਜ਼ ਵੈਰੀਫਾਈਡ ਔਨ ਦਾ ਬੇਸਿਸ ਆਫ ਪੇਬਲਸ ਆਫ ਦਿਸ ਆਫਿਸ। ਦੂਜਾ ਹੋ ਸਕਦਾ ਅਨਵੈਰੀਫਾਈਡ ਪੋਰਸ਼ਨ ਹੋਵੇ ਸੇਵਾ ਦਾ, ਤਾਂ ਉਹਨੂੰ ਵੈਰੀਫਾਈ ਕਰਨ ਦੀ ਕੋਸ਼ਿਸ਼ ਕਰਨੀ ਹੈ। ਕਿੱਥੋਂ ਕਰ ਸਕਦੇ ਹੋ? ਪੇ ਬਿਲਸ ਚੱਕ ਲਓ, ਇਕੁਇਟੈਂਸ ਰੂਲਸ ਚੱਕ ਲਓ, ਕੈਸ਼ ਬੁੱਕ ਚੱਕ ਲਓ, ਬਿਲ ਰਜਿਸਟਰ ਚੱਕ ਲਓ, ਜਿੱਥੋਂ ਤੁਹਾਨੂੰ ਪਤਾ ਲੱਗਦਾ ਹੋਵੇ ਵੀ ਇਹ ਕਰਮਚਾਰੀ ਨੇ ਤਨਖਾਹ ਡਰਾ ਕੀਤੀ ਹੈ, ਉੱਥੋਂ ਚੱਕ ਲਓ ਤੇ ਰੈਲੀਵੈਂਟ ਰਿਕਾਰਡ ਹੋ ਗਿਆ ਤੇ ਉਹਨੂੰ ਵੈਰੀਫਾਈ ਕਰ ਦਿਓ। ਹਾਂਜੀ, ਤੀਜਾ ਸਟੈਪ ਕੀ ਆਪਣਾ? ਹਾਂਜੀ, ਇਹ ਪੜੋ ਜੀ। ਸਰ ਆਪਣਾ ਅਕਾਊਂਟੈਂਸ ਰੋਲਸ ਕੀ ਹੁੰਦੇ ਆ? ਇਕੁਇਟੈਂਸ ਰੋਲਸ ਇੱਕ ਫਾਰਮ ਆਫ ਅਟੈਂਡੈਂਸ ਹੁੰਦੀ ਹੈ, ਬਸ ਇਹ ਮੰਨ ਲਓ। ਇਹ PWD ਚ ਹੁੰਦੇ ਆ। ਹਾਂਜੀ, ਤੀਜਾ। If the service for any period is not capable of being verified in the manner specified in subclause 1 and 2, that period of service having been rendered by the government employee in another office or department, a reference shall be made to the head of office in which the government employee is shown to have served during that period for the purpose of verification. ਹਾਂਜੀ, ਹੁਣ ਜਦੋਂ ਤੁਸੀਂ ਸਰਵਿਸ ਬੁੱਕ ਦੇਖੋਗੇ, ਆਪਦੀ ਸਰਵਿਸ ਬੁੱਕ ਤੁਸੀਂ ਦੇਖੀ ਹੋਣੀ, ਜੇ ਨਹੀਂ ਦੇਖੀ ਤਾਂ ਦੇਖਿਓ। ਉਹਦੇ ਵਿੱਚ ਦਫ਼ਤਰ ਦਾ ਨਾਂ ਲਿਖਿਆ ਹੁੰਦਾ ਜਿੱਥੇ ਤੈਨਾਤੀ ਹੈ, ਉਹ ਤੋਂ ਅੱਗੇ ਪੋਸਟ ਲਿਖੀ ਹੁੰਦੀ ਹੈ, ਫਿਰ ਪਰਮਾਨੈਂਟ ਸਬਸਟੈਂਟਿਵ ਹੈਗੇ ਹੋ ਕਿ ਨਹੀਂ, ਆਫੀਸ਼ੀਏਟਿੰਗ ਹੋ ਕੀ ਹੋ ਉੱਥੇ ਲਿਖਿਆ ਹੁੰਦਾ, ਫਿਰ ਡੇਟ ਆਫ ਅਪਾਇੰਟਮੈਂਟ ਲਿਖੀ ਹੁੰਦੀ ਹੈ ਵੀ ਕਿਸ ਡੇਟ ਤੋਂ ਤੁਸੀਂ ਹੈਗੇ ਹੋ ਉੱਥੇ। ਉਹ ਤੋਂ ਬਾਅਦ ਤੁਹਾਡੀ ਡੇਟ ਆਫ ਟਰਮੀਨੇਸ਼ਨ ਲਿਖੀ ਹੁੰਦੀ ਹੈ, ਵਿੱਚ ਪੇ ਵੀ ਆਉਂਦੀ ਹੈ ਨਾ, ਇੱਕ ਪੇ ਵੀ ਆਉਂਦੀ ਹੈ, ਪੇ ਤੋਂ ਬਾਅਦ ਡੇਟ ਆਫ ਅਪਾਇੰਟਮੈਂਟ, ਫਿਰ ਡੇਟ ਆਫ ਟਰਮੀਨੇਸ਼ਨ ਆਫ ਅਪਾਇੰਟਮੈਂਟ ਵੀ ਲਿਖਿਆ ਹੁੰਦਾ। ਉਹ ਸਾਰਾ ਕੁਝ ਉਹਦੇ 'ਚ ਲਿਖਿਆ ਹੁੰਦਾ ਸਰਵਿਸ ਬੁੱਕ 'ਚ। ਉਹ ਜਦੋਂ ਵੀ ਕੋਈ ਤਬਦੀਲੀ ਆਉਂਦੀ ਹੈ, ਚਾਹੇ ਪੇ 'ਚ ਆ ਜੇ, ਚਾਹੇ ਡੇਟ ਆਫ ਅਪਾਇੰਟਮੈਂਟ 'ਚ ਆ ਜੇ, ਹੈ ਨਾ, ਟਰਮੀਨੇਸ਼ਨ ਹੋ ਜੇ, ਬਦਲੀ ਹੋ ਜੇ, ਪ੍ਰਮੋਸ਼ਨ ਹੋ ਜੇ, ਸਾਲ ਪੂਰਾ ਹੋ ਜੇ, ਠੀਕ ਹੈ, ਉੱਥੇ ਆਪਾਂ ਚੇਂਜ ਕਰ ਦਿੰਦੇ ਹਾਂ। ਤਾਂ ਕਈ ਵਾਰ ਉੱਥੇ ਲਿਖਿਆ ਹੁੰਦਾ ਵੀ ਇਹ ਬੰਦਾ ਤਾਂ ਆਪਣੇ ਦਫ਼ਤਰ 'ਚ ਰਿਹਾ ਹੀ ਨਹੀਂ, ਜੇ ਦਫ਼ਤਰ 'ਚ ਹੋਊਗਾ ਫੇਰ ਹੀ ਅਸੀਂ ਉਹਦੇ ਪੇਬਲ ਕੱਢਾਂਗੇ, ਹੁਣ ਸਾਡੇ ਦਫ਼ਤਰ 'ਚ ਹੈ ਹੀ ਨਹੀਂ, ਪੇਬਲ ਕਿੱਥੋਂ ਲਿਆਵਾਂਗੇ? ਹੋ ਸਕਦਾ ਅਦਰ ਆਫਿਸ 'ਚ ਹੋਵੇ, ਹੋ ਸਕਦਾ ਕਿਸੇ ਹੋਰ ਡਿਪਾਰਟਮੈਂਟ 'ਚ ਹੋ ਜੇ, ਤਾਂ ਅਸੀਂ ਕੀ ਕਰਾਂਗੇ? ਚਿੱਠੀ ਲਿਖ ਦਾਂਗੇ ਕੰਸਰਨਡ ਆਫਿਸ ਨੂੰ ਜਾਂ ਡਿਪਾਰਟਮੈਂਟ ਨੂੰ ਕਿ ਜੀ ਇਹ ਬੰਦੇ ਦਾ ਇਹ ਸਮਿਤੀ ਤੋਂ ਇਹ ਸਮਿਤੀ ਤੁਹਾਡੇ ਦਫ਼ਤਰ 'ਚ ਤੈਨਾਤ ਰਿਹਾ, ਤੁਹਾਡੇ ਵਿਭਾਗ 'ਚ ਤੈਨਾਤ ਰਿਹਾ, ਇਹਦੀ ਸੇਵਾ ਤਸਦੀਕ ਕਰਨ ਸੰਬੰਧੀ ਸਰਟੀਫਿਕੇਟ ਜਿਹੜਾ ਸਾਨੂੰ ਭੇਜੋ। ਠੀਕ ਹੈ ਜੀ, ਉਹ ਤੁਹਾਨੂੰ ਲਿਖ ਕੇ ਭੇਜ ਦੇਣਗੇ ਵੀ ਹਾਂਜੀ ਸੇਵਾ ਤਸਦੀਕ ਕਰਨ ਦੀ ਕਿਰਪਾਲਤਾ ਕੀਤੀ ਹੈ, ਵੀ ਅਸੀਂ ਜਿਹੜੇ ਇਹਨੂੰ ਤਨਖਾਹ ਦਿੱਤੀ ਹੈ ਨਾ। ਇਹ ਹੋ ਸਕਦਾ ਕੋਈ ਅਨਵੈਰੀਫਾਈਡ ਪੀਰੀਅਡ ਹੋਵੇ। ਹਾਂਜੀ, ਚੌਥਾ। If any portion of service rendered by government employee is not capable of being verified in the manner specified in subclause 1 to 3, the government employee shall be asked to file an affidavit on a plain paper to the effect that he had actually rendered service during that period. He shall also be asked to produce all relevant documents and furnish all information which is in his power to produce or furnish in the support of such declaration. ਹਾਂਜੀ, ਕਈ ਵਾਰ ਕੀ ਹੁੰਦਾ ਹੈ ਕਿ ਉੱਤੇ ਜਿਹੜੇ 3 ਸਬ ਕਲੌਜ਼ ਪੜ੍ਹ ਲਏ ਆਪਾਂ, ਉਹਦੇ ਮੁਤਾਬਕ ਵੀ ਫਿਰ ਵੀ ਜਿਹੜਾ ਗਵਰਨਮੈਂਟ EMPLOYEE ਦੀ ਸਰਵਿਸ ਹੈ ਅਸੀਂ ਵੈਰੀਫਾਈ ਨਹੀਂ ਕਰ ਪਾ ਰਹੇ, ਅਸੀਂ ਵੈਰੀਫਾਈ ਨਹੀਂ ਕਰ ਪਾ ਰਹੇ, ਸਾਨੂੰ ਪਤਾ ਹੀ ਨਹੀਂ ਲੱਗ ਰਿਹਾ।
ਉੱਥੇ ਅਸੀਂ ਉਹਦੇ ਤੋਂ ਐਫੀਡੇਵਿਟ ਲੈ ਲਾਂਗੇ ਵੀ ਸਾਨੂੰ ਲਿਖ ਕੇ ਦੇ ਤੂੰ ਸਵਰਨ ਐਫੀਡੇਵਿਟ ਤੇ ਵੀ ਆਹ ਜਿਹੜੀ ਸੇਵਾ ਤੂੰ ਕੀਤੀ ਹੋਈ ਹੈ ਸਾਡੇ ਦਫ਼ਤਰ 'ਚ ਕੀਤੀ ਹੈ ਤੇ ਇਹਦੀ ਤਨਖਾਹ ਲਈ ਹੋਈ ਹੈ। ਠੀਕ ਹੈ। ਐਫੀਡੇਵਿਟ ਦੇ ਨਾਲ ਤੇਰੇ ਕੋਲ ਜਿਹੜੇ ਰੈਲੀਵੈਂਟ ਡਾਕੂਮੈਂਟਸ ਹੈਗੇ ਹੋ ਸਕਦਾ ਪੇ ਸਲਿੱਪ ਵਗੈਰਾ ਪਈ ਹੋਵੇ, ਹੋ ਸਕਦਾ ਤੇਰੇ ਕੋਲ ਕੁਝ ਹੋਰ ਪਿਆ ਹੋਵੇ, ਹਨਾ। ਜੋ ਵੀ ਡਾਕੂਮੈਂਟ ਤੇਰੇ ਕੋਲ ਰੈਲੀਵੈਂਟ ਪਏ ਹੈ ਉਹ ਸਾਨੂੰ ਦੇ ਦੇ ਐਫੀਡੇਵਿਟ ਦੇ ਨਾਲ। ਠੀਕ ਹੈ। ਵੀ ਜੋ ਤੂੰ ਐਫੀਡੇਵਿਟ 'ਚ ਡਿਕਲੇਅਰ ਕਰ ਰਿਹਾ, ਜੇ ਤੇਰੇ ਕੋਲ ਉਹਦਾ ਕੋਈ ਪ੍ਰੂਫ ਪਿਆ ਉਹ ਤੂੰ ਨਾਲ ਲਾ ਦੇ, ਹਾਂ, ਸਟੇਟਮੈਂਟ ਲਾ ਦੇ ਬੈਂਕ ਦੀ। ਹਾਂਜੀ, ਪੰਜਵਾਂ। The head of office shall, after taking into consideration the facts mentioned in the affidavit and the documents produced and the information furnished in support thereof, admit the portion of service referred to in subclause 4 having been rendered for the purpose of calculating the pension of the government employee. ਹੁਣ ਹੈੱਡ ਆਫ ਆਫਿਸ ਕੋਲੇ ਉਹ ਐਫੀਡੇਵਿਟ ਆ ਗਿਆ, ਡਾਕੂਮੈਂਟਸ ਆ ਗਏ, ਤਾਂ ਤੁਸੀਂ ਕੀ ਕਰੋਗੇ ਫਿਰ? ਉਹ ਐਫੀਡੇਵਿਟ ਤੇ ਡਾਕੂਮੈਂਟਸ ਦੀ ਆਥੈਂਟਿਸਿਟੀ ਚੈੱਕ ਕਰੋਗੇ ਕਿ ਸਹੀ ਹੈ। ਜੇ ਤੁਹਾਨੂੰ ਲੱਗਦਾ ਕਿ ਸਹੀ ਹੈ ਤਾਂ ਉਹ ਪੀਰੀਅਡ ਆ ਜਿਹੜਾ ਤੁਸੀਂ ਵੈਰੀਫਾਈ ਕਰ ਦੋਗੇ। ਠੀਕ ਹੈ ਜੀ, ਵੈਰੀਫਿਕੇਸ਼ਨ ਆਫ ਸਰਵਿਸ ਵਾਲਾ ਕੰਮ ਖਤਮ। ਹੁਣ ਆ ਗਈ ਸੈਕੰਡ ਸਟੇਜ ਸਾਡੀ, ਮੇਕਿੰਗ ਗੁੱਡ ਓਮਿਸ਼ਨਸ ਇਨ ਦਾ ਸਰਵਿਸ ਬੁੱਕ। ਹਾਂਜੀ, ਪਹਿਲਾ The head of office, while scrutinizing the certificates of verification of service, shall also identify if there are any other omissions, imperfections, or deficiencies which have a direct bearing on the determination of emoluments and the service qualifying for pension. ਹਾਂਜੀ, ਦੂਜੀ ਸਟੇਜ ਤੇ ਪਹੁੰਚ ਗਏ, ਮੇਕਿੰਗ ਗੁੱਡ ਓਮਿਸ਼ਨਸ ਇਨ ਸਰਵਿਸ ਬੁੱਕ। ਓਮਿਟ ਕਰਨਾ ਕੀ ਹੁੰਦਾ ਜੀ? ਓਮਿਟ ਕਰਨਾ, ਹਾਂਜੀ, ਓਮਿਟ ਕਰਨਾ ਕੀ ਹੁੰਦਾ? ਓਮਿਸ਼ਨ ਕੀ ਹੁੰਦੀ ਹੈ? ਲੋਪ ਕਰਨਾ ਛੱਡਣਾ ਜੀ, ਜੀ। ਕੀ ਕਰਨਾ ਛੱਡਣਾ, ਜੀ? ਹਾਂਜੀ ਹਾਂਜੀ, ਕੀ ਦੱਸ ਰਹੇ ਸੀ ਕੀ ਕਰਨਾ? ਲੋਪ ਕਰਨਾ ਸਰ, ਜਿੱਦਾਂ omit ਕਰਨਾ, ਲੌਕ ਕਰਨਾ। ਛੱਡਣਾ ਜੀ, ਛੱਡਣਾ। omit ਛੱਡਣਾ ਸਰ, ਜਿੱਦਾਂ ਹਾਂ, ਆਪਣੇ ਆ ਲਿਖਿਆ ਹੁੰਦਾ ਕੋਈ ਰੂਲ omit ਕੀਤਾ ਹੁੰਦਾ ਹੈ। ਬਿਲਕੁਲ ਬਿਲਕੁਲ, ਵੀ ਕੋਈ ਚੀਜ਼ ਰਹਿ ਗਈ, ਲਿਖਣੋਂ ਰਹਿ ਗਈ, ਕੋਈ ਚੀਜ਼ ਲਿਖਣੋਂ ਰਹਿ ਗਈ, ਓਮਿਸ਼ਨ ਹੋ ਗਈ, ਛੱਡ ਗਿਆ, ਗਲਤੀ ਨਾਲ ਛੱਡ ਗਈ ਕੁਛ। ਹੈੱਡ ਆਫ ਆਫਿਸ ਨੇ ਜਦੋਂ ਸੇਵਾ ਤਸਦੀਕ ਕਰਨ ਸੰਬੰਧੀ ਜਿਹੜੇ ਸਰਟੀਫਿਕੇਟ ਦਿੱਤੇ ਹੋਣਗੇ ਉਹ ਚੈੱਕ ਕਰ ਰਿਹਾ ਹੋਊਗਾ, ਨਾਲ ਨਾਲ ਉਹਨੇ ਇਹ ਵੀ ਚੈੱਕ ਕਰਨਾ ਹੈ ਵੀ ਐਮੋਲੂਮੈਂਟਸ ਰਿਗਾਰਡਿੰਗ ਕੋਈ ਕਮੀ ਪੇਸ਼ੀ ਤਾਂ ਨਹੀਂ ਹੈਗੀ, ਜਾਂ ਕੋਈ ਹੋਰ ਇਹੋ ਜਿਹੀ ਚੀਜ਼ ਦੀ ਡੈਫੀਸ਼ੀਐਂਸੀ ਜਾਂ ਇੰਪਰਫੈਕਸ਼ਨ ਹੋ ਜੇ, ਜਾਂ ਕੋਈ ਰਹਿ ਗਿਆ ਹੋਏ, ਕੋਈ ਏਸੀਬੀ ਦੀ ਐਂਟਰੀ ਰਹਿ ਗਈ, ਆਰਡਰ ਲੱਗੇ ਹੋਏ ਹੈ, ਕੋਈ ਵੱਧ ਇੰਕਰੀਮੈਂਟ ਲੱਗਿਆ ਹੋਇਆ ਕੋਈ, ਉਹ ਸਾਰਾ ਕੁਝ ਚੈੱਕ ਕਰਨਾ ਹੈ। ਠੀਕ ਹੈ। ਕੋਈ ਵੀ ਇਹੋ ਜਿਹੀ ਚੀਜ਼ ਜਿਹਦੀ ਡਾਇਰੈਕਟ ਬੀਅਰਿੰਗ ਹੈਗੀ ਹੈ ਐਮੋਲੂਮੈਂਟਸ ਤੇ ਕੁਆਲੀਫਾਈਂਗ ਸਰਵਿਸ ਤੇ, ਕਿਉਂਕਿ ਜਿਹੜੀ ਕੈਲਕੂਲੇਸ਼ਨ ਹੈ ਪੈਨਸ਼ਨ ਦੀ ਉਹ ਦੋ ਚੀਜ਼ਾਂ ਤੇ ਡਿਪੈਂਡ ਹੈ, ਨਿਰਭਰ ਕਰਦੀ ਹੈ। ਕਿਹੜੀਆਂ ਦੋ ਚੀਜ਼ਾਂ? ਇੱਕ ਤਾਂ ਤੁਹਾਡੇ ਤਨਖਾਹ ਕਿੰਨੀ ਰਹੀ ਹੈ, ਕਿਉਂਕਿ ਤਨਖਾਹ ਵੱਡੇ ਦੋ ਹੁੰਦੀ ਹੈ ਪੈਨਸ਼ਨ, ਫੁੱਲ ਪੈਨਸ਼ਨ। ਦੂਜੀ ਕੁਆਲੀਫਾਈਂਗ ਸਰਵਿਸ ਕਿੰਨੀ ਰਹੀ ਹੈ, ਜੇ 25 ਸਾਲ ਤੋਂ ਘੱਟ ਹੋਊਗੀ ਘੱਟ ਪੈਨਸ਼ਨ ਬਣੂਗੀ, 25 ਸਾਲ ਤੋਂ ਉੱਤੇ ਫੁੱਲ ਪੈਨਸ਼ਨ ਬਣੂਗੀ। ਤਾਂ ਇਹ ਦੋ ਸਾਡੇ ਫੈਕਟਰ ਆ ਗਏ। ਇਹ ਦੋਨੇ ਫੈਕਟਰਸ ਤੇ ਜੇ ਕੋਈ ਚੀਜ਼ ਪ੍ਰਭਾਵ ਪਾ ਰਹੀ ਹੈ ਤੇ ਤੁਹਾਨੂੰ ਲੱਗਦਾ ਵੀ ਉਹ 'ਚ ਕੋਈ ਕਮੀ ਹੈ, ਇੰਪਰਫੈਕਸ਼ਨ ਹੈ, ਕੋਈ ਓਮਿਸ਼ਨ ਹੈਗੀ ਹੈ ਕੋਈ, ਤਾਂ ਉਹਨੂੰ ਦੇਖਣਾ, ਆਇਡੈਂਟੀਫਾਈ ਕਰਨਾ। ਸੈਕੰਡ, ਹਾਂਜੀ ਅੱਗੇ ਜੀ। Every effort shall be made to complete the verification of service in the manner specified in clause A, and to make good omissions, imperfections, or deficiencies referred to in subclause 1. Any omission
imperfection or deficiency, including the portion of service shown as unverified in the service book, which it has not been possible to verify in the manner specified in clause A, shall be ignored, and service qualifying for pension shall be determined on the basis of the entries in the service book. ਜਦੋਂ ਵੈਰੀਫਿਕੇਸ਼ਨ ਆਫ ਸਰਵਿਸ ਦਾ ਅਸੀਂ ਦੇਖ ਰਹੇ ਹਾਂ ਹੈ ਨਾ, ਵੀ ਆਪਾਂ ਫਸਟ ਸਟੇਜ 'ਚ ਵੜ ਕੇ ਆਏ ਵੀ ਕਿਵੇਂ ਕਿਵੇਂ ਕਰਨਾ ਹੈ ਨਾ, ਸਾਰਾ ਕੁਝ ਦੇਖਣਾ, ਰੈਲੀਵੈਂਟ ਰਿਕਾਰਡ ਦੇਖਣੇ ਆ ਅਸੀਂ ਆਪਦੇ, ਨਹੀਂ ਤਾਂ ਐਫੀਡੇਵਿਟ ਲੈ ਲਾਂਗੇ, ਉਹ ਤੋਂ ਡਾਕੂਮੈਂਟਸ ਲੈ ਲਾਂਗੇ, ਕਈ ਵਾਰ ਉਹਦੇ ਕੋਲ ਪਏ ਹੁੰਦੇ ਆ, ਉਹ ਸਾਰਾ ਕੁਝ ਕਰ ਲਾਂਗੇ। ਠੀਕ ਹੈ, ਉਵੇਂ ਹੀ ਕੋਈ ਓਮਿਸ਼ਨ ਹੈ, ਇੰਪਰਫੈਕਸ਼ਨ ਹੈ, ਡੈਫੀਸ਼ੀਐਂਸੀ ਹੈ, ਉਹਨੂੰ ਦੂਰ ਕਰਨ ਲਈ ਅਸੀਂ ਉਹੀ ਸਟੈਪਸ ਫੋਲੋ ਕਰਾਂਗੇ। ਆਪਦੇ ਰਿਕਾਰਡ ਚੈੱਕ ਕਰਾਂਗੇ, ਰਿਕਾਰਡ ਸਾਡੇ ਕੋਲ ਨਹੀਂ ਹੈਗਾ, ਕਿਸੇ ਹੋਰ ਆਫਿਸ 'ਚ ਉਹਨਾਂ ਨੂੰ ਲਿਖ ਦਾਂਗੇ, ਜੇ ਉੱਥੇ ਵੀ ਨਹੀਂ ਹੈਗਾ, ਕਿਤੋਂ ਮਿਲ ਨਹੀਂ ਰਿਹਾ ਸਾਨੂੰ, ਫਿਰ ਅਸੀਂ ਐਫੀਡੇਵਿਟ ਲੈ ਲਾਂਗੇ, ਡਾਕੂਮੈਂਟਰੀ ਐਵੀਡੈਂਸ ਲੈ ਲਾਂਗੇ ਅਗਲੇ ਤੋਂ। ਫਿਰ ਵੀ ਮੰਨ ਲਓ ਉਹ ਕਮੀ ਪੇਸ਼ੀ ਜਾਂ ਕੋਈ ਵੈਰੀਫਿਕੇਸ਼ਨ ਆਫ ਸਰਵਿਸ ਹੈ, ਉਹ ਸਾਡੇ ਕੋਲ ਪਤਾ ਨਹੀਂ ਚੱਲ ਰਿਹਾ, ਉਹਨੂੰ ਇਗਨੋਰ ਕਰ ਦਿਓ, ਫਿਰ ਕੱਢ ਦਿਓ ਉਹਨੂੰ। ਬਾਕੀ ਕੁਆਲੀਫਾਈਂਗ ਸਰਵਿਸ ਹੈ ਜਿਹੜੀਆਂ ਐਂਟਰੀਆਂ ਹੋਈਆਂ ਹੋਈਆਂ ਉਹਦੇ ਹਿਸਾਬ ਨਾਲ ਕਰ ਲਓ। ਉਹ ਤੋਂ ਬਾਅਦ ਹੈਗੀ ਹੈ ਜੀ ਕੈਲਕੂਲੇਸ਼ਨ ਆਫ ਐਵਰੇਜ ਇਮੋਲੂਮੈਂਟਸ। ਇਮੋਲੂਮੈਂਟਸ ਕੀ ਹੁੰਦੇ ਆ ਪੈਨਸ਼ਨ ਲਈ? ਹਾਂਜੀ, ਇਹ ਸਰ ਪੇ ਠੀਕ। ਡੀਏ ਹੁੰਦਾ ਇਹਦੇ 'ਚ ਕਿ ਨਹੀਂ? ਸਰ ਪੈਨਸ਼ਨ ਬੇਸਿਕ ਪੇ ਵਾਸਤੇ ਕੱਲੀ ਜੀ। ਹਾਂਜੀ, ਪੈਨਸ਼ਨ ਵਾਸਤੇ ਕਲੀ ਪੇ ਸਰ, ਬੇਸਿਕ ਪੇ ਜਿਹੜੀ ਹੈ ਡੀਏ ਨਹੀਂ ਹੁੰਦਾ। ਡੀਏ ਗ੍ਰੈਜੂਏਟੀ ਵਾਸਤੇ। ਠੀਕ ਹੈ ਜੀ। ਡੀਏ ਤਾਂ ਨਹੀਂ ਸਰ, ਡੀਅਰਨੈਸ ਪੇ ਹੁੰਦੀ ਹੈ, ਇੱਕ ਸੈਕਟਰੀਏਟ ਪੇ ਵਗੈਰਾ ਹੁੰਦੀਆਂ। ਹਾਂ ਹਾਂ, ਚਲੋ ਉਹ ਤਾਂ ਉਹ ਦੇਖੋ, ਸਰ ਐਨਪੀਏ ਵੀ ਹੁੰਦਾ ਉਹਦਾ। ਐਨਪੀਏ ਵੀ ਹੁੰਦਾ ਬਿਲਕੁਲ, ਜਿਹੜਾ ਪੇ ਦਾ ਪਾਰਟ ਬਣ ਗਿਆ। 2.44 ਵੋਲਿਊਮ 1 ਪਾਰਟ 1 ਸਾਨੂੰ ਕੀ ਕਹਿੰਦਾ? ਦੇਖੋ, ਜਿਨ੍ਹਾਂ ਨੇ ਵੀ ਵੋਲਿਊਮ 2 ਸਿੱਧਾ ਸਟਾਰਟ ਕੀਤਾ, ਵੋਲਿਊਮ 1 ਪਾਰਟ 1 ਨਹੀਂ ਕੀਤਾ ਹੋਇਆ, ਉਹਨਾਂ ਨੂੰ ਮੈਂ ਕਹੂੰਗਾ ਕਿ ਤੁਸੀਂ ਸਿਰਫ ਚੈਪਟਰ 2 ਕਰ ਲਓ। ਉਹ 'ਚ ਡੈਫੀਨੇਸ਼ਨਸ ਲਿਖੀਆਂ, ਸਿੰਪਲ ਡੈਫੀਨੇਸ਼ਨਸ ਹੈ ਵੋਲਿਊਮ 1 ਪਾਰਟ 1 'ਚ, ਸਿਰਫ ਉਹ ਡੈਫੀਨੇਸ਼ਨ ਰੀਡ ਕਰ ਲਓ 2-3 ਵਾਰ ਬਸ। ਠੀਕ ਹੈ, ਉਹਦੇ ਵਿੱਚ ਇੱਕ ਪੇ ਦੀ ਡੈਫੀਨੇਸ਼ਨ ਲਿਖੀ ਹੈ ਜਿਹੜੀ ਮੈਂ ਤੁਹਾਨੂੰ ਦੱਸ ਹੀ ਦੇਣਾ 2.44 ਦੇ ਵਿੱਚ। ਪੇ ਕੀ ਹੁੰਦੀ ਹੈ ਜੀ? ਪੇ ਹੁੰਦਾ ਸਾਡੀ ਬੇਸਿਕ ਪੇ ਪਲੱਸ ਐਨੀ ਅਦਰ ਇਮੋਲੂਮੈਂਟਸ ਜਿਹਨੂੰ ਸਰਕਾਰ ਨੇ ਪੇ ਦਾ ਪਾਰਟ ਬਣਾਇਆ ਹੋਇਆ, ਜਿਵੇਂ ਸਾਡਾ ਆਈਆਰ ਸੀ। ਠੀਕ ਹੈ, ਆਈਆਰ ਨੂੰ 2017 ਤੋਂ ਪੇ ਦਾ ਪਾਰਟ ਬਣਾਇਆ ਹੋਇਆ ਸੀ, ਤਾਂ ਅਸੀਂ ਪੇ ਦੇ ਵਿੱਚ ਇੰਕਲੂਡ ਕਰਦੇ ਸੀ। ਇੰਕਰੀਮੈਂਟ ਲਾਉਂਦੇ ਸੀ ਤਾਂ ਉਹਦੇ ਤੇ ਲਾਉਂਦੇ ਹੁੰਦੇ ਸੀ, ਉਹਨੂੰ ਇੰਕਲੂਡ ਕਰਕੇ ਲਾਉਂਦੇ ਹੁੰਦੇ ਸੀ। ਸਿਮਿਲਰਲੀ ਐਨਪੀਏ ਹੈ ਜਿਹੜਾ, ਇਹਨੂੰ ਪੇ ਦਾ ਪਾਰਟ ਬਣਾਇਆ ਹੋਇਆ। ਸੈਕਟਰੀਏਟ ਪੇ ਹੈ, ਇਹਨੂੰ ਅਸੀਂ ਇਹ 6ਵੇਂ ਚੈਪਟਰ 'ਚ ਪੜ੍ਹਿਆ ਅਸੀਂ ਕਿ ਇਹਨੂੰ ਜਿਹੜੇ ਸੈਕਟਰੀਏਟ 'ਚ ਮੁਲਾਜ਼ਮ ਹੈ ਉਹਨਾਂ ਨੂੰ ਸੈਕਟਰੀਏਟ ਪੇ ਮਿਲਦੀ ਹੈ ਕੁਛ ਕੁ ਰੁਪਈਏ ਜ਼ਿਆਦਾ, ਉਹ ਅਸੀਂ ਪੈਨਸ਼ਨ ਦੀ ਕੈਲਕੂਲੇਸ਼ਨ ਦੇ ਵਿੱਚ ਨਾਲ ਐਡ ਕਰ ਲੈਣਾ, ਬਸ ਇਹ ਕਹਿਣਾ ਚਾਹੁੰਦੇ ਆ ਜੀ। ਠੀਕ ਹੈ, ਚਲੋ ਹੁਣ ਅਸੀਂ ਐਵਰੇਜ ਇਮੋਲੂਮੈਂਟਸ ਕੈਲਕੂਲੇਟ ਕਰਾਂਗੇ। ਇਮੋਲੂਮੈਂਟਸ ਦੀ ਗੱਲ ਸਾਨੂੰ ਪਤਾ ਲੱਗ ਗਈ, ਪੇ ਨੂੰ ਅਸੀਂ ਇਮੋਲੂਮੈਂਟਸ ਕਹਿ ਰਹੇ ਹਾਂ ਪੈਨਸ਼ਨ ਲਈ। ਗ੍ਰੈਚੁਇਟੀ ਲਈ ਸਾਡੇ ਇਮੋਲੂਮੈਂਟਸ ਜਿਹੜੇ ਪੇ ਪਲੱਸ ਡੀਏ ਹੁੰਦੇ ਆ। ਠੀਕ ਹੈ, ਕੈਲਕੂਲੇਸ਼ਨ ਕਰਦੇ ਹਾਂ ਐਵਰੇਜ ਇਮੋਲੂਮੈਂਟਸ। ਹਾਂਜੀ, ਇਹ ਪੜ੍ਹੋ ਜੀ। For the purpose of calculation of average emoluments, the head of office shall verify from the service book the correctness of the emoluments drawn during the last 10 months of service. In order to ensure that the emoluments during the last 10 months of service have been correctly shown in the service book, the head of office may verify the correctness of emoluments for the period of 24 months preceding the date of retirement of a government employee, and not for any period prior to that date. ਹਾਂਜੀ, ਦੇਖੋ ਅਸੀਂ ਐਵਰੇਜ ਇਮੋਲੂਮੈਂਟਸ ਕੱਢਦੇ ਹੁੰਦੇ ਆ ਨਾ, 6ਵੇਂ ਚੈਪਟਰ 'ਚ ਅਸੀਂ ਕਰਕੇ ਆਏ। ਐਵਰੇਜ ਇਮੋਲੂਮੈਂਟਸ ਕੀ ਹੁੰਦਾ? 10 ਮਹੀਨੇ ਦੀ ਤਨਖਾਹ ਦਾ ਐਵਰੇਜ ਕੀ ਹੁੰਦਾ ਹੈ? ਜਦੋਂ ਪੈਨਸ਼ਨ ਦਾ ਫਾਰਮੂਲਾ ਐਗਜ਼ੈਕਟ ਫਾਰਮੂਲਾ ਕੀ ਹੈ? ਜਾਂ ਤਾਂ ਲਾਸਟ ਪੇ ਦਾ 50% ਜਾਂ ਐਵਰੇਜ ਇਮੋਲੂਮੈਂਟਸ ਦਾ 50%, ਵਿਚ ਐਵਰ ਬੈਨੀਫੀਸ਼ੀਅਲ ਟੂ ਦ EMPLOYE। ਹੁਣ ਉੱਥੇ ਐਵਰੇਜ ਇਮੋਲੂਮੈਂਟਸ ਅਸੀਂ 10 ਮਹੀਨਿਆਂ ਦੇ ਕੱਢਦੇ ਹੁੰਦੇ,
ਕਹਿੰਦੇ ਐਮੋਲੂਮੈਂਟ ਚੱਕੋਗੇ ਕਿੱਥੋਂ? ਸਰਵਿਸ ਬੁੱਕ ਦੇ ਵਿੱਚੋਂ, ਹੈ ਨਾ। ਮੈਂ ਤੁਹਾਨੂੰ ਦੱਸਿਆ ਵੀ ਉਹਦੇ ਵਿੱਚ ਦਫ਼ਤਰ ਦਾ ਨਾਂ, ਉਹਦਾ, ਉਹਦੀ ਪੇ ਤੇ ਡੇਟ ਆਫ ਅਪਾਇੰਟਮੈਂਟ ਤੇ ਡੇਟ ਆਫ ਟਰਮੀਨੇਸ਼ਨ ਆਫ ਅਪਾਇੰਟਮੈਂਟ ਸਾਰਾ ਕੁਝ ਲਿਖਿਆ ਹੁੰਦਾ, ਸਾਈਨ ਹੋਏ ਹੁੰਦੇ। ਉੱਥੋਂ ਤੁਸੀਂ ਐਮੋਲੂਮੈਂਟਸ ਜਿਹੜੇ ਚੱਕ ਲੈਣੇ ਆ 10 ਮਹੀਨਿਆਂ ਦੇ, ਹੈ ਨਾ। ਹੁਣ 10 ਮਹੀਨੇ ਦੇ ਐਮੋਲੂਮੈਂਟਸ ਚੱਕਣੇ ਆ, ਅਸੀਂ ਉਹਦੀ ਕਰੈਕਟਨੈਸ ਵੀ ਤਾਂ ਦੇਖਾਂਗੇ ਨਾ, ਵੀ ਸਹੀ ਤਨਖਾਹ ਫਿਕਸ ਹੋਈ ਹੈ ਕਿ ਗਲਤ ਤਾਂ ਨਹੀਂ ਹੋਈ, ਵੱਧ ਕੀਤੀ ਹੋਵੇ, ਖੁਦ ਹੀ ਡੀਲਿੰਗ ਹੈਂਡ ਹੋਵੇ, ਕੁਝ ਵੀ ਹੋ ਸਕਦਾ, ਕਿਉਂਕਿ ਸਾਰਿਆਂ ਨੂੰ ਨੌਲੇਜ ਨਹੀਂ ਹੈਗੀ। ਡੀਡੀਓਜ਼ ਮੋਸਟਲੀ ਜਿਹੜੇ ਫੀਲਡ 'ਚ ਡੀਡੀਓਜ਼ ਆ ਉਹਨਾਂ ਨੂੰ ਨਹੀਂ ਪਤਾ ਤਨਖਾਹ ਕਿਵੇਂ ਫਿਕਸ ਹੁੰਦੀ ਹੈ, ਪੁੱਛ ਕੇ ਦੇਖ ਲਿਓ। ਤਾਂ ਉੱਥੇ ਅਸੀਂ 24 ਮਹੀਨਿਆਂ ਦੇ ਐਮੋਲੂਮੈਂਟਸ ਦੀ ਕਰੈਕਟਨੈਸ ਚੈੱਕ ਕਰਾਂਗੇ, ਡੀਲਿੰਗ ਹੈਂਡ। ਠੀਕ ਹੈ, 24 ਮਹੀਨੇ ਪਿਛਲੇ ਰਿਟਾਇਰਮੈਂਟ ਤੋਂ ਪਹਿਲਾਂ ਜਿਹੜੇ 2 ਸਾਲ ਤੁਹਾਡੇ ਹੈਗੇ ਆ, 2.5 ਸਾਲ ਪਹਿਲਾਂ, ਹੈ ਨਾ। ਰਿਟਾਇਰਮੈਂਟ ਤੋਂ 6 ਮਹੀਨੇ ਪਹਿਲਾਂ ਤਾਂ ਕੇਸ ਹੀ ਭੇਜਣਾ ਹੁੰਦਾ ਆਪਾਂ, ਤਾਂ ਉਹ ਐਮੋਲੂਮੈਂਟਸ ਹੈ ਚੈੱਕ ਕਰੋਗੇ। ਫਿਰ ਆ ਗਈ ਜੀ ਥਰਡ ਸਟੇਜ। ਹਾਂਜੀ, ਇਹ ਦੇਖੋ ਜੀ। Third stage, obtaining of Form 1015 by the head of office. The head of office shall obtain the necessary particulars in Form 1015 from the government employee 8 months before the date of his retirement. ਕਾਫੀ ਸਾਰੇ ਫਾਰਮਸ ਹੁੰਦੇ ਆ, ਜਿਵੇਂ ਪੈਨ 1 ਪੜ੍ਹ ਕੇ ਆਏ ਹੁਣ ਇੱਥੇ ਪੈਨ 15, ਇਹ ਤੁਸੀਂ 8 ਮਹੀਨੇ ਪਹਿਲਾਂ ਲੈਣਾ ਰਿਟਾਇਰਮੈਂਟ ਤੋਂ। ਸੈਕਿੰਡ, Action under clauses A, B, and C of Sub-Rule 1 shall be completed 8 months prior to the date of retirement of the government employee. ਹਾਂਜੀ, ABC ਜਿਹੜੇ ਆਪਾਂ ਦੇਖਿਆ, ਫਸਟ ਸਟੇਜ, ਸੈਕਿੰਡ ਸਟੇਜ ਤੇ ਥਰਡ ਸਟੇਜ, ਇਹ ਸਾਰੀ 8 ਮਹੀਨੇ ਪਹਿਲਾਂ ਤੁਸੀਂ ਕੰਪਲੀਟ ਕਰ ਦੋਗੇ। ਠੀਕ ਹੈ, ਉੱਤੇ ਆਪਾਂ 3 ਸਟੇਜਾਂ ਪੜ੍ਹ ਕੇ ਆਏ ਨਾ, 8 ਮਹੀਨੇ ਤੋਂ ਪਹਿਲਾਂ ਪਹਿਲਾਂ ਹੀ ਕੰਪਲੀਟ ਕਰਨਾ। ਅੱਗੇ ਆ ਜਾਓ, ਕੰਪਲੀਸ਼ਨ ਆਫ ਪੈਨਸ਼ਨ ਪੇਪਰ। The head of office shall complete Part 1 of Form Pen 1 not later than 6 months before the date of retirement of the government employee. ਇਹ ਤੁਸੀਂ 6 ਮਹੀਨੇ ਪਹਿਲਾਂ ਜਿਹੜਾ ਕੰਪਲੀਟ ਕਰ ਲੈਣਾ, ਪੈਨਸ਼ਨ ਪੇਪਰ 6 ਮਹੀਨੇ ਪਹਿਲਾਂ ਕੰਪਲੀਟ ਕਰ ਲੈਣਾ। ਉਹ ਤੋਂ ਬਾਅਦ ਆ ਜਾਓ 9.6। Forwarding of pension papers to the AG Punjab. After complying with the requirements of Rule 9(4) and 9(5), the head of office shall forward to the AG Punjab Form Pen 15 and Form Pen 1 duly completed with the covering letter and Form Pen 15A along with service book of the government employee duly completed and any other document relied upon for the verification of service. ਅੱਗੇ ਵੀ ਪੜ੍ਹ ਦੋ, ਦੂਜਾ ਤੀਜਾ ਚੌਥਾ। The head of office shall retain a copy of each of the forms referred to in Sub-Rule 1 for his records. Where the payment is desired in another circle of account, the head of office shall send Form Pen 1 in duplicate to the AG Punjab. The documents referred to in Sub-Rule 1 shall be forwarded to the AG Punjab not later than 6 months before the date of retirement of the government. ਹੁਣ ਅਸੀਂ ਏਜੀ ਪੰਜਾਬ ਨੂੰ ਡਾਕੂਮੈਂਟਸ ਫਾਰਵਰਡ ਕਰ ਰਹੇ ਹਾਂ। ਕੀ ਹੋਇਆ, ਅਸੀਂ ਪਿਛਲੇ ਜਿਹੜੇ ਰੂਲਸ ਹੈ ਇਹਨਾਂ 'ਚ ਸਰਵਿਸ ਵਗੈਰਾ ਵੈਰੀਫਾਈ ਕਰ ਲਈ, ਓਮਿਸ਼ਨ ਵਗੈਰਾ ਸੀ ਉਹਨਾਂ ਦੀ ਆਪਾਂ ਕਰੈਕਸ਼ਨ ਕਰ ਲਈ, ਇੰਪਰਫੈਕਸ਼ਨ ਸੀ ਕੋਈ ਸਹੀ ਕਰ ਲਿਆ। ਠੀਕ ਹੈ, ਐਵਰੇਜ ਇਨਵੋਲਵਮੈਂਟਸ ਅਸੀਂ ਚੈੱਕ ਕਰ ਲਏ। ਉਹ ਤੋਂ ਬਾਅਦ ਅਸੀਂ ਫਾਰਮ ਵਗੈਰਾ ਕੁਝ ਭਰਵਾਏ ਸੀ, ਹੈ ਨਾ। ਉਹ ਤੋਂ ਪਹਿਲਾਂ ਵੀ, ਉਹ 'ਚ ਬਾਅਦ ਵੀ। ਹੁਣ ਉਹ ਪੇਪਰ ਜਿਹੜੇ ਭਰਵਾਏ ਆ ਤੁਸੀਂ, ਉਹ ਤਿਆਰ ਹੋ ਗਏ। ਅਲੋਂਗ ਵਿਦ ਸਰਵਿਸ ਬੁੱਕ ਤੁਸੀਂ ਉਹ ਏਜੀ ਨੂੰ, ਅਕਾਊਂਟੈਂਟ ਜਨਰਲ ਲੇਖਾ ਦੇ ਹੱਕਦਾਰੀ, ਅਕਾਊਂਟਸ ਐਂਡ ਐਂਟਾਈਟਲਮੈਂਟ ਨੂੰ ਫਾਰਵਰਡ ਕਰ ਦੇਣੇ ਆ। ਇਹ ਚੰਡੀਗੜ੍ਹ ਬੈਠਦੇ ਨੇ। ਠੀਕ ਹੈ, ਇਹ ਸਾਰਾ ਤੁਸੀਂ ਜੋ ਵੀ ਡਾਟਾ ਅਸੀਂ ਇਕੱਠਾ ਕੀਤਾ ਸੀ ਉਹ ਸਾਰਾ ਫਾਰਵਰਡ ਕਰ ਦੇਣਾ। ਇੱਕ ਤੁਸੀਂ ਦਫ਼ਤਰੀ ਕਾਪੀ ਰੱਖ ਲੈਣੀ ਹੈ, ਰੱਖਦੀ ਹਾਂ ਆਪਾਂ। ਠੀਕ ਹੈ, ਆਫਿਸ ਕਾਪੀ ਰੱਖਦੇ ਹਾਂ। ਕਈ ਵਾਰ ਕੀ ਹੁੰਦਾ ਹੈ ਕਿ ਕਿਸੇ ਹੋਰ ਸਰਕਲ ਆਫ ਅਕਾਊਂਟ ਦੇ ਵਿੱਚ ਤੁਹਾਨੂੰ ਪੇਮੈਂਟ ਚਾਹੀਦੀ ਹੈ, ਉੱਥੇ ਏਜੀ ਪੰਜਾਬ ਨੂੰ ਤੁਸੀਂ 2 ਪੜਤਾਂ ਦੇ ਵਿੱਚ ਕੇਸ ਬਣਾ ਕੇ ਭੇਜੋਗੇ। ਠੀਕ ਹੈ, ਸਰਕਲ ਆਫ ਅਕਾਊਂਟ ਮਤਲਬ ਸਰਕਲ ਆਫ ਅਕਾਊਂਟ, ਆਪਣਾ ਅਕਾਊਂਟਿੰਗ ਸਰਕਲ ਕਿਹੜਾ ਹੋਇਆ?
ਦੇਖੋ ਸਰਕਲ ਕੀ ਹੁੰਦਾ ਹੈ? ਜਿੱਥੋਂ ਦੇ ਅਕਾਊਂਟਸ ਤਿਆਰ ਹੁੰਦੇ ਆ, ਠੀਕ ਹੈ। ਹੁਣ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਅਕਾਊਂਟਸ ਜਿਹੜੇ ਤਿਆਰ ਹੁੰਦੇ ਆ, ਈਜੀ ਆਫਿਸ ਤਿਆਰ ਹੁੰਦੇ ਆ, ਅਕਾਊਂਟਿੰਗ ਸਰਕਲ ਕਿਹੜਾ ਪੈ ਗਿਆ? ਪੰਜਾਬ। ਹੁਣ ਹੋ ਸਕਦਾ ਪੰਜਾਬ ਤੋਂ ਬਾਹਰ ਕਿਸੇ ਨੂੰ ਪੇਮੈਂਟ ਚਾਹੀਦੀ ਹੋਵੇ। ਮੰਨ ਲਓ ਕੋਈ ਬੰਦਾ ਹਰਿਆਣੇ ਦਾ ਹੈ, ਪੰਜਾਬ 'ਚ ਜੌਬ ਕਰ ਰਿਹਾ ਸੀ, ਹੁਣ ਉਹ ਹਰਿਆਣੇ ਰਹਿੰਦਾ ਹੈ, ਉਹਦੀ ਰਿਟਾਇਰਮੈਂਟ ਹੋਣ ਜਾ ਰਹੀ, ਹੁਣ ਵਾਪਸ ਆਪਦੇ ਪਿੰਡ ਜਾਊਗਾ, ਉਹ ਪੰਜਾਬ 'ਚ ਕੀ ਕਰੂਗਾ? ਤਾਂ ਉੱਥੇ ਕਿਸੇ ਹੋਰ ਸਰਕਲ 'ਚ, ਹਰਿਆਣੇ ਸਰਕਲ ਦੇ ਵਿੱਚ ਉਹਦਾ ਕੇਸ ਹੈ ਜਿਹੜਾ, ਮਤਲਬ ਉਹਦੀ ਜਿਹੜੀ ਪੈਨਸ਼ਨ ਹੈ ਹਰਿਆਣੇ ਸਰਕਲ 'ਚ ਲੱਗਣੀ ਹੈ। ਤਾਂ ਉਹ ਦੋ ਪੜਤਾਂ ਦੇ ਵਿੱਚ ਡੁਪਲੀਕੇਟ ਤੁਸੀਂ ਭੇਜਣਾ ਏਜੀ ਪੰਜਾਬ ਨੂੰ। ਹੁਣ ਏਜੀ ਪੰਜਾਬ ਨੇ ਉਹ ਤੇ ਐਕਸ਼ਨ ਲੈਣਾ ਹੈ 6 ਮਹੀਨੇ ਪਹਿਲਾਂ ਸੌਰੀ 6 ਮਹੀਨੇ ਪਹਿਲਾਂ ਤੁਸੀਂ ਉਦੋਂ ਏਜੀ ਪੰਜਾਬ ਨੂੰ ਕੇਸ ਆ ਜਿਹੜਾ ਫਾਰਵਰਡ ਕਰ ਦੇਣਾ। 8 ਮਹੀਨੇ ਪਹਿਲਾਂ ਆਪਾਂ ਕੰਮ ਨਿਬੇੜਨਾ ਸਾਰਾ ਜਿਹੜਾ ਵੀ ਹੈਗਾ ਸੀ, ਤੇ 6 ਮਹੀਨੇ ਤੋਂ ਪਹਿਲਾਂ ਤੁਸੀਂ ਰਿਟਾਇਰਮੈਂਟ ਤੋਂ 6 ਮਹੀਨੇ ਤੋਂ ਪਹਿਲਾਂ ਤੁਸੀਂ ਕੇਸ ਹੈ ਜਿਹੜਾ ਏਜੀ ਪੰਜਾਬ ਨੂੰ ਫਾਰਵਰਡ ਕਰ ਦੇਣਾ। ਇਹ ਸਾਡੀ ਟਾਈਮਲਾਈਨ ਹੈ। 9.7 Intimation to the AG Punjab regarding any event having bearing on pension. If after the pension papers have been forwarded to the AG Punjab within the period specified in sub-rule 4 of Rule 9.6, any event occurs which has a bearing on the amount of pension admissible, the same shall be promptly reported to the AG Punjab by the head of office. ਹੁਣ ਏਜੀ ਪੰਜਾਬ ਨੇ ਪੈਨਸ਼ਨ ਲਾਉਣੀ ਹੈ, ਠੀਕ ਹੈ। ਉਹ ਤੁਹਾਡੀ ਸ਼ੀਟਾਂ, ਜਿਹੜੀ ਕੈਲਕੂਲੇਸ਼ਨ ਸ਼ੀਟਾਂ ਬਣਾ ਕੇ ਭੇਜੀਆਂ ਤੁਸੀਂ, ਉਹ ਤਾਂ ਚੈੱਕ ਕਰਨਗੇ ਹੀ ਕਰਨਗੇ, ਨਾਲ ਉਹ ਆਪਦਾ ਦਿਮਾਗ ਵੀ ਤਾਂ ਲਾਉਣਗੇ। ਹੋ ਸਕਦਾ ਤੁਸੀਂ 100 ਰੁਪਏ ਘਟਾ ਕੇ ਭੇਜਤਾ ਹੋਵੇ, ਤੁਹਾਨੂੰ ਨਹੀਂ ਪਤਾ, ਤੁਹਾਨੂੰ ਬਹੁਤ ਟਾਈਮ ਹੋ ਗਿਆ ਦਫ਼ਤਰ ਦੇ ਵਿੱਚ ਤੇ ਤੁਹਾਨੂੰ ਨੌਲੇਜ ਨਹੀਂ ਹੈਗੀ, ਹੁਣੀ ਨਵੀਂ ਪੋਸਟਿੰਗ ਹੋਈ ਹੈ ਉਸ ਸੀਟ ਤੇ, ਤੁਹਾਨੂੰ ਨਹੀਂ ਪਤਾ ਹੈਗਾ, ਤੁਸੀਂ ਔਖੇ ਸੌਖੇ ਕਿਵੇਂ ਕਰਕੇ ਪੈਨਸ਼ਨ ਕੇਸ ਬਣਾ ਕੇ ਤੋੜਤਾ। ਉਹਦੀ ਕਰੈਕਟਨੈਸ ਜਿਹੜੀ ਚੈੱਕ ਹੋਣੀ ਹੈ, ਸਪੋਜ਼ ਕਰੋ ਤੁਹਾਡੇ ਕੋਈ ਐਸਐਸ ਕਾਰਡ ਅਧਿਕਾਰੀ ਵੀ ਹੈ ਨਹੀਂ, ਉਹਦੀ ਕਰੈਕਟਨੈਸ ਫਿਰ ਏਜੀ ਤਾਂ ਚੈੱਕ ਕਰੂਗਾ ਨਾ। ਤਾਂ ਏਜੀ ਨੇ ਡਿਟਰਮਿਨ ਕਰਨੀ ਹੈ ਨਾ, ਫਿਕਸ ਕਰਨੀ ਹੈ। ਡਿਟਰਮਿਨ ਤਾਂ ਤੁਸੀਂ ਕਰਕੇ ਭੇਜਤੀ, ਫਿਕਸ ਕਰਨੀ ਹੈ ਉਹਨੇ ਪੈਨਸ਼ਨ ਅਮਾਊਂਟ ਕਿੰਨੀ ਹੈ। ਹੁਣ ਇਹ ਹੋ ਸਕਦਾ ਕਿ ਜਦੋਂ ਤੁਸੀਂ ਏਜੀ ਨੂੰ ਕੇਸ ਭੇਜਿਆ, ਉਹ 6 ਮਹੀਨੇ ਪਹਿਲਾਂ ਭੇਜੇ ਸੀ, ਉਹ ਤੋਂ ਬਾਅਦ ਚ ਕੁਝ ਰਿਕਵਰੀ ਨਿਕਲਿਆ ਹੋਵੇ ਜਾਂ ਕੋਈ ਹੋਰ ਚੀਜ਼ ਹੋ ਜੇ ਜਿਹਦੇ ਨਾਲ ਉਹ ਪੈਨਸ਼ਨ ਹੈ ਜਿਹੜੀ ਵੱਧ ਜਾਂ ਘਟ ਸਕਦੀ ਹੈ। ਸਾਨੂੰ ਪਤਾ ਹੈ ਵੀ ਇਹ ਫੈਸਲਾ ਜਿਹੜਾ ਆ ਗਿਆ ਹੁਣ ਵੱਧ ਜਾਂ ਘੱਟ ਹੋ ਸਕਦਾ, ਕੋਰਟ 'ਚ ਉਹਨੇ ਰਿਟ ਲਾਈ ਹੋਵੇ, ਉਹਦਾ ਫੈਸਲਾ ਆ ਗਿਆ ਹੋਵੇ, ਉਹਨੂੰ 2 ਇੰਕਰੀਮੈਂਟ ਤੁਸੀਂ ਦੇਣੇ ਹੋਣ, ਪੈਨਸ਼ਨ ਵਧੂਗੀ ਫਿਰ ਤਾਂ ਤੁਸੀਂ ਕੀ ਕਰਨਾ? ਇੰਟੀਮੇਸ਼ਨ ਦੇਣੀ ਹੈ ਏਜੀ ਪੰਜਾਬ ਨੂੰ ਕਿ ਜੀ ਅਸੀਂ ਇਸ ਪੱਤਰ ਨੰਬਰ ਰਾਹੀਂ ਇਹ ਬੰਦੇ ਦਾ ਕੇਸ ਹੈ ਜਿਹੜਾ ਇਸ ਮਿਤੀ ਨੂੰ ਰਿਟਾਇਰ ਹੋ ਰਿਹਾ, ਇਸ ਡੈਜ਼ਿਗਨੇਸ਼ਨ ਤੇ ਕੰਮ ਕਰ ਰਿਹਾ, ਇਸ ਦਫ਼ਤਰ 'ਚ ਕੰਮ ਕਰ ਰਿਹਾ, ਉਹਦਾ ਪੈਨਸ਼ਨ ਕੇਸ ਭੇਜਿਆ ਸੀ। ਹੁਣ ਜਿਹੜਾ ਆ ਸੋ ਐਂਡ ਸੋ ਆਰਡਰ ਆਇਆ ਇਸ ਡੇਟ ਦਾ, ਜਾਂ ਆ ਚਿੱਠੀ ਹੈ, ਜੋ ਵੀ ਆਇਆ, ਜੋ ਵੀ ਕੁਛ ਹੈਗਾ, ਉਹ ਤੁਸੀਂ ਇੰਟੀਮੇਟ ਕਰ ਦੋਗੇ, ਠੀਕ ਹੈ। ਕਿਹਨੂੰ ਇੰਟੀਮੇਟ ਕਰਨਾ? ਏਜੀ ਪੰਜਾਬ ਨੂੰ। ਹਾਂਜੀ, ਅੱਗੇ ਆ ਜਾਓ 9.8। Intimation of the particulars of government dues to the AG Punjab. The head of office shall, after ascertaining and assessing the government dues as mentioned in Rule 916, shall furnish the particulars thereof to the AG Punjab at least 2 months before the date of retirement of the government employee, so that the dues are recovered out of the gratuity before its payment is authorized. ਹਾਂਜੀ 9.8। ਹੁਣ ਕੀ ਕਰਨਾ ਅਸੀਂ? ਗੌਰਮੈਂਟ ਡਿਊਜ਼ ਵੀ ਦੇਖਣੇ ਆ। ਹੋ ਸਕਦਾ ਹੈ ਜਿਹੜਾ ਕਰਮਚਾਰੀ ਰਿਟਾਇਰ ਹੋਣ ਜਾ ਰਿਹਾ ਉਹਨੇ ਸਰਕਾਰ ਦਾ ਕੁਝ ਪੈਸਾ ਦੇਣਾ ਹੋਵੇ, ਤਾਂ ਹੈੱਡ ਆਫ ਆਫਿਸ ਨੇ ਉਹ ਡਿਊਜ਼ ਅਸਰਟੇਨ ਕਰਨੇ ਆ, ਦੇਖਣੇ ਆ ਵੀ ਕੋਈ ਡਿਊਜ਼ ਤਾਂ ਨਹੀਂ ਹੈਗੇ, ਅਸੈਸ ਕਰਨੇ ਆ। ਤੇ ਏਜੀ ਪੰਜਾਬ ਨੂੰ ਰਿਟਾਇਰਮੈਂਟ ਤੋਂ 2 ਮਹੀਨੇ ਪਹਿਲਾਂ ਜਿਹੜਾ ਸੂਚਨਾ ਭੇਜਣੀ ਹੈ ਕਿ ਇਹਦੇ ਇੰਨੇ ਡਿਊਜ਼ ਆ ਜਿਹੜੇ ਉਹ ਪੈਂਡਿੰਗ ਹੈ, ਉਹ ਗ੍ਰੈਚੁਟੀ 'ਚੋਂ ਰਿਕਵਰ ਕਰ ਲਓ। ਹਾਂਜੀ ਸੈਕਿੰਡ। If, after particulars of government dues have been intimated to the AG Punjab under Sub-Rule 1, any additional government dues come to the notice of the head of office, such dues shall be promptly reported to the AG Punjab. ਵੀ ਇਹ ਤੋਂ ਬਾਅਦ ਜੇ ਕੋਈ ਹੋਰ ਡਿਊਜ਼ ਸਾਹਮਣੇ ਆਉਂਦੇ ਆ, ਉਹ ਵੀ ਨਾਲ ਦੀ ਨਾਲ ਏਜੀ ਪੰਜਾਬ ਨੂੰ ਰਿਪੋਰਟ ਕਰਨੇ ਆ। 9.9
ਇੰਪੋਰਟੈਂਟ ਹੈ 9.9, ਠੀਕ ਹੈ, ਧਿਆਨ ਨਾਲ ਪੜ੍ਹੋ। provisional pension. The various stages of action laid down in Rule 9.4 shall be strictly followed by the head of office. There may be an isolated case where, in spite of following the procedure laid down in Rule 9.4, it may not be possible for the head of office to forward the pension papers referred to in Rule 9.6 to the AG Punjab within the period prescribed in Sub Rule 4 of that rule, or where the pension papers have been forwarded to AG Punjab within the prescribed period, but the AG Punjab has returned them to the head of office for eliciting further information before issue of pension payment order and order for the payment of gratuity, and if the head of office in such a case is of opinion that the government employee is likely to retire before his pension or gratuity or both can be finally assessed and settled in accordance with the provisions of these rules, he shall without delay take steps to determine the qualifying years of service and the emoluments qualifying for pension after making the summary investigation carefully. For this purpose, he shall rely upon such information as may be available in the official records and ask the retiring government employee to file an affidavit on plain paper stating the total length of qualifying service, including details of emoluments drawn during the last 10 months of the service, but excluding the breaks and other non-qualifying periods of service. ਹਾਂਜੀ, ਦੇਖੋ ਕੁਛ ਕੁ ਰੂਲਸ ਮੈਂ ਤੁਹਾਨੂੰ ਵਿੱਚੋਂ ਵਿੱਚ ਦੱਸ ਵੀ ਰਿਹਾ, ਉਹਨੂੰ ਨੋਟ ਐ ਸੱਚ ਹੀ ਕਰੀ ਚੱਲਿਓ, ਪੈਨਸ਼ਨ ਨਾਲ ਰੱਖਿਓ। 2.2C ਦੇ ਵਿੱਚ ਅਸੀਂ ਪੜ੍ਹਿਆ ਸੀ ਕਿ ਜੇ ਕਿਸੇ ਕਰਮਚਾਰੀ ਖਿਲਾਫ ਡਿਪਾਰਟਮੈਂਟਲ ਪ੍ਰੋਸੀਡਿੰਗ ਜਾਂ ਜੁਡੀਸ਼ੀਅਲ ਪ੍ਰੋਸੀਡਿੰਗ ਐਟ ਦਾ ਟਾਈਮ ਆਫ ਰਿਟਾਇਰਮੈਂਟ ਪੈਂਡਿੰਗ ਹੈ, ਅਸੀਂ ਉਹਨੂੰ ਆਰਜੀ ਪੈਨਸ਼ਨ, ਪ੍ਰੋਵੀਜ਼ਨਲ ਪੈਨਸ਼ਨ ਦੇ ਦਿੰਦੇ ਹਾਂ। ਯਾਦ ਆ ਗਿਆ। 9.9 ਦੇ ਵਿੱਚ ਵੀ ਪ੍ਰੋਵੀਜ਼ਨਲ ਪੈਨਸ਼ਨ ਦਾ ਜ਼ਿਕਰ ਹੈ, ਪਰ ਇਹ ਜਿਹੜੀ ਆਰਜੀ ਪੈਨਸ਼ਨ ਹੈ ਇਹ ਕਿਸੇ ਹੋਰ ਮਕਸਦ ਲਈ ਦਿੰਦੇ ਹਾਂ ਅਸੀਂ। ਇੱਥੇ ਕੋਈ ਡਿਪਾਰਟਮੈਂਟਲ ਜਾਂ ਜੁਡੀਸ਼ੀਅਲ ਪ੍ਰੋਸੀਡਿੰਗ ਪੈਂਡਿੰਗ ਨਹੀਂ ਹੈਗੀ ਕਰਮਚਾਰੀ ਖਿਲਾਫ। ਇੱਥੇ ਕੀ ਹੈ, ਕੇਸ ਹੈ ਜਿਹੜਾ 6 ਮਹੀਨੇ ਪਹਿਲਾਂ ਬਣਾ ਕੇ ਭੇਜਣਾ ਸੀ ਏਜੀ ਪੰਜਾਬ ਨੂੰ, ਪਰ ਕਈ ਕਾਰਨ ਇਹੋ ਜਿਹੇ ਰਹਿ ਗਏ ਕਿ 6 ਮਹੀਨੇ ਪਹਿਲਾਂ ਨਹੀਂ ਭੇਜਿਆ ਜਾ ਸਕਿਆ। ਰਿਟਾਇਰਮੈਂਟ ਵੇਲੇ ਤੱਕ ਕੇਸ ਹੈ ਜਿਹੜਾ ਉਹ ਅਸੈਸਮੈਂਟ ਹੀ ਚੱਲ ਰਹੀ ਹੈ, ਕੋਈ ਵੀ XYZ ਕਾਰਨ ਰਹੇ ਹੈ। ਜਾਂ ਫਿਰ ਕੇਸ ਏਜੀ ਪੰਜਾਬ ਨੂੰ ਭੇਜਿਆ ਜ਼ਰੂਰ ਸੀ, ਪਰ ਉਹਨਾਂ ਨੇ ਆਬਜੈਕਸ਼ਨ ਲਾ ਕੇ ਜਾਂ ਕੁਐਰੀ ਪਾ ਕੇ ਭੇਜਤਾ ਵੀ ਸਾਨੂੰ ਇਹ ਵੀ ਚੀਜ਼ ਹੈ ਜਿਹੜੀ ਦੱਸੀ ਜਾਵੇ। ਤੇ ਹੁਣ ਹੈੱਡ ਆਫ ਆਫਿਸ ਨੂੰ ਲੱਗਦਾ ਹੈ ਵੀ ਕੇਸ ਦੀ ਪ੍ਰਵਾਨਗੀ ਤਾਂ ਆਉਣੀ ਨਹੀਂ ਹੈਗੀ ਪਹਿਲਾਂ, ਤੇ ਕਰਮਚਾਰੀ ਹੈ ਜਿਹੜਾ ਰਿਟਾਇਰ ਹੋਣ ਵਾਲਾ ਹੈ। ਹੁਣ ਜੇ ਰਿਟਾਇਰ ਹੋਣ ਵਾਲਾ ਹੈ ਤੇ ਉਹ ਤਾਂ ਬਿਨਾਂ ਤਨਖਾਹ ਤੋਂ ਹੋ ਜਾਊਗਾ, ਰਿਟਾਇਰਮੈਂਟ ਤੋਂ ਅਗਲੇ ਦਿਨ ਹੈ ਜਿਹੜਾ ਮੀਟਰ ਬੰਦ ਹੋ ਜਾਊਗਾ ਤਨਖਾਹ ਵਾਲਾ। ਤਾਂ ਹੁਣ ਕੀ ਕਰਨਾ ਫਿਰ? ਕੇਸ ਅਜੇ ਗਿਆ ਨਹੀਂ ਹੈਗਾ, ਇੱਥੇ ਰੁਲੀ ਜਾਂਦਾ, ਜਾਂ ਆਬਜੈਕਸ਼ਨ ਲੱਗ ਕੇ ਵਾਪਸ ਆ ਗਿਆ, ਦੁਬਾਰੇ ਭੇਜਣਾ, ਉਹਨੂੰ ਵੀ 2-3 ਮਹੀਨੇ ਦਾ ਟਾਈਮ ਲੱਗ ਜਾਊਗਾ। ਉੱਥੇ ਆਰਜੀ ਪੈਨਸ਼ਨ ਦਾ ਇੱਕ ਉਪਬੰਧ ਕੀਤਾ ਹੋਇਆ ਹੈ ਸਿਵਲ ਸਰਵਿਸਿਜ਼ ਰੂਲਸ ਵਾਲੀਅਮ 2 ਚੈਪਟਰ 9 ਦੇ ਵਿੱਚ 9.9 ਰੂਲ ਦੇ ਵਿੱਚ ਦੱਸਿਆ ਗਿਆ ਹੈ ਕਿ ਜੇ ਕੇਸ 'ਚ ਦੇਰੀ ਹੁੰਦੀ ਹੈ ਪ੍ਰਵਾਨ ਹੋਣ 'ਚ, ਕਿਸੇ ਵੀ ਕਾਰਨ ਕਰਕੇ ਦੇਰੀ ਹੋ ਰਹੀ ਹੈ, ਤਾਂ ਉੱਥੇ ਤੁਸੀਂ ਆਰਜੀ ਪੈਨਸ਼ਨ ਹੈ ਜਿਹੜੀ ਲਗਾ ਸਕਦੇ ਹੋ। ਕੁਆਲੀਫਾਈਂਗ ਸਰਵਿਸ, ਜੇ ਤਾਂ ਤੁਸੀਂ ਆਲਰੇਡੀ ਕੇਸ ਭੇਜਿਆ ਹੋਇਆ ਹੈ, ਠੀਕ ਹੈ, ਮੰਨ ਲਓ ਤੁਸੀਂ ਰਿਟਾਇਰਮੈਂਟ ਤੋਂ 15 ਦਿਨ ਪਹਿਲਾਂ ਕੇਸ ਭੇਜਤਾ, ਇਟ ਮੀਨਸ ਕੇਸ 'ਚ ਦੇਰੀ ਹੈ, ਤਾਂ ਉੱਥੇ ਤੁਹਾਡੇ ਕੋਲ ਨੋਟਿੰਗ ਪਈ ਹੋਊਗੀ ਜਾਂ ਦਫ਼ਤਰੀ ਕਾਪੀ ਪਈ ਹੋਊਗੀ ਕੇਸ ਦੀ, ਉੱਥੇ ਤੁਹਾਨੂੰ ਲਿਖਿਆ ਹੋਊਗਾ ਕੁਆਲੀਫਾਈਂਗ ਸਰਵਿਸ ਕਿੰਨੀ ਹੈ, ਉਹਦੇ ਹਿਸਾਬ ਨਾਲ ਤੁਸੀਂ ਆਰਜੀ ਪੈਨਸ਼ਨ ਦੀ ਸੈਂਕਸ਼ਨ ਜਾਰੀ ਕਰ ਦੋਗੇ। ਸਪੋਜ਼ ਕਰੋ ਹਜੇ ਅਸੈਸਮੈਂਟ ਚੱਲ ਹੀ ਰਹੀ ਹੈ, ਪਤਾ ਨਹੀਂ ਚੱਲ ਰਿਹਾ, ਫਿਰ ਤੁਸੀਂ ਕਰਮਚਾਰੀ ਨੂੰ ਕਹਿ ਦੋਗੇ ਵੀ ਪਲੇਨ ਪੇਪਰ ਤੇ ਐਫੀਡੇਵਿਟ ਦੇ ਸਾਨੂੰ ਕਿ ਮੇਰੀ ਜਿਹੜੀ ਕੁਆਲੀਫਾਈਂਗ ਸਰਵਿਸ ਦੀ ਟੋਟਲ ਲੈਂਥ ਇੰਨੀ ਬਣਦੀ ਹੈ ਤੇ ਮੇਰੇ ਐਮੋਲੂਮੈਂਟਸ ਹੈ ਜਿਹੜੇ ਇੰਨੇ ਬਣਦੇ ਆ, ਠੀਕ ਹੈ। ਹਾਂ, ਉਹਦੇ ਵਿੱਚ ਇਹ ਧਿਆਨ ਰੱਖਣਾ ਵੀ ਅਗਲੇ ਤੋਂ ਲਿਖਾ ਕੇ ਲੈਣਾ ਹੈ ਵੀ ਬ੍ਰੇਕਸ ਜਾਂ ਨਾਨ ਕੁਆਲੀਫਾਈਂਗ ਪੀਰੀਅਡ ਤਾਂ ਨਹੀਂ ਹੈਗਾ ਕੋਈ ਨਾਲ, ਐਫੀਡੇਵਿਟ ਲੈ ਲੈਣਾ, ਉਹਦੇ ਬੇਸ ਤੇ ਤੁਸੀਂ। ਹਾਂਜੀ, ਅੱਗੇ ਸੈਕਿੰਡ ਪੜੋ ਜੀ। ਸਰ ਇਹ ਪ੍ਰੋਵੀਜ਼ਨ ਪੈਨਸ਼ਨ The head of 100% ਨਹੀਂ ਦੇਵਾਂਗੇ ਆਪਾਂ? ਕਿਵੇਂ ਜੀ?
मैं कहता 100% ही मिलेगी ये प्रोविजन पेंशन के कोई कट मार के आ दवांगे? जाओ आ जाओ, आगे आगे पहुंच गए। अच्छा अच्छा ठीक है ओके। हाँ जी, पढ़ो The जी। head of office shall thereafter determine the qualifying years of service and the emoluments qualifying for pension in accordance with the information available in the official records and the information obtained from the retiring government employee under Sub-Rule 1. He shall then determine the amount of pension and the amount of DCRC. ਹੁਣ ਸਾਡੇ ਕੋਲ ਕੁਆਲੀਫਾਈਂਗ ਸਰਵਿਸ ਸਾਨੂੰ ਪਤਾ ਲੱਗ ਗਈ, ਉਹਦੇ ਆਧਾਰ ਤੇ ਐਮੋਲੂਮੈਂਟਸ ਵੀ ਪਤਾ ਲੱਗ ਗਏ। ਠੀਕ ਹੈ, ਕੁਛ ਕੁ ਅਸੀਂ ਆਪਦੇ ਰਿਕਾਰਡ 'ਚ ਦੇਖ ਲਿਆ, ਕੁਛ ਕੁ ਉਹਦੇ ਤੋਂ ਐਫੀਡੇਵਿਟ ਲੈ ਲਿਆ। ਉਹਦੇ ਆਧਾਰ ਤੇ ਅਸੀਂ ਜਿਹੜੀ ਪੈਨਸ਼ਨ ਦੀ ਤੇ ਡੈਥ ਕਮ ਰਿਟਾਇਰਮੈਂਟ ਗ੍ਰੈਜੂਏਟੀ ਦੀ ਜਿਹੜੀ ਕੈਲਕੂਲੇਸ਼ਨ ਹੈ ਕਰਕੇ ਅਮਾਊਂਟ ਹੈ ਜਿਹੜੀ ਡਿਟਰਮਿਨ ਕਰਾਂਗੇ ਵੀ ਕਿੰਨੀ ਅਮਾਊਂਟ ਬਣਦੀ ਹੈ। ਉਹ ਤੋਂ ਬਾਅਦ ਕੀ ਕਰਨਾ ਜੀ, ਅਮਾਊਂਟ ਡਿਟਰਮਿਨ ਕਰ ਲਈ, ਹੁਣ ਕੀ ਕਰਨਾ? After the amounts of pension and gratuity have been determined under Sub-Rule 2, the head of office shall take further action as follows. A. He shall issue a sanction letter addressed to the employee endorsing a copy thereof to the AG Punjab authorizing 100% pension as determined under Sub-Rule 2 as provisional pension and 100% of gratuity as determined under Sub-Rule 2 as provisional gratuity, withholding 10% of gratuity or 30,000 rupees, whichever is less. ਹਾਂਜੀ, ਅੱਗੇ ਵੀ ਪੜ੍ਹ ਲਓ। He shall indicate in the sanction letter the amount recoverable from the gratuity under Sub-Rule 1 of Rule 9. After issue of the sanction letter, he shall draw the amount of provisional pension and the amount of provisional gratuity after deducting therefrom the amount mentioned in sub-clause 2 of clause A and the dues, if any mentioned in Rule 916, in the same manner as pay and allowances of the establishment are drawn by. ਹਾਂਜੀ, ਦੇਖੋ ਹੁਣ ਅਸੀਂ ਪੈਨਸ਼ਨ ਦੀ ਤੇ ਗ੍ਰੈਜੂਟੀ ਦੀ ਅਮਾਊਂਟ ਹੈ ਜਿਹੜੀ ਉਹ ਡਿਟਰਮਿਨ ਕਰ ਲਈ। 6.28 ਦੇ ਵਿੱਚ ਅਸੀਂ ਸੇਮ ਜਿਹਾ ਪ੍ਰੋਸੀਜਰ ਕੀਤਾ ਸੀ, ਪਰ ਉਹ ਫੈਮਿਲੀ ਪੈਨਸ਼ਨ ਦੇ ਕੇਸ ਦੇ ਵਿੱਚ ਸੀ। ਉੱਥੇ ਵੀ ਫੈਮਿਲੀ ਪੈਨਸ਼ਨ ਤੇ ਗ੍ਰੈਜੂਟੀ ਅਸੀਂ ਕਰ ਰਹੇ ਸੀ। ਕੀ ਕਰਦੇ ਸੀ? ਪਹਿਲਾਂ ਤਾਂ ਅਸੀਂ ਸੈਂਕਸ਼ਨ ਜਾਰੀ ਕਰਦੇ ਹੁੰਦੇ ਸੀ। ਇੱਥੇ ਵੀ ਸੈਂਕਸ਼ਨ ਜਾਰੀ ਕਰਨੀ ਹੈ ਪੈਨਸ਼ਨ ਦੀ ਤੇ ਗ੍ਰੈਜੂਟੀ ਦੀ। ਫਿਰ ਅਸੀਂ ਬਿੱਲ ਬਣਾ ਕੇ ਖਜ਼ਾਨੇ 'ਚੋਂ ਡਰਾ ਕਰਦੇ ਹੁੰਦੇ ਸੀ। ਇੱਥੇ ਵੀ ਡਰਾ ਕਰਨਾ ਅਮਾਊਂਟ ਆਫ ਪ੍ਰੋਵੀਜ਼ਨ ਪੈਨਸ਼ਨ ਤੇ ਅਮਾਊਂਟ ਆਫ ਪ੍ਰੋਵੀਜ਼ਨਲ ਗ੍ਰੈਜੂਟੀ। ਠੀਕ ਹੈ, ਉਹਦੇ ਵਿੱਚੋਂ ਜਿਹੜੀ ਕਟੌਤੀ ਬਣਦੀ ਹੋਈ ਉਹ ਕੱਟ ਲਾਂਗੇ। ਠੀਕ ਹੈ, 10% ਗ੍ਰੈਜੂਟੀ ਵੀ ਕੱਟ ਲਾਂਗੇ, ਮਤਲਬ ਰੋਕ ਲਾਂਗੇ, ਜਾਂ 30,000 ਰੁਪਏ ਵਿਚਐਵਰ ਲੈਸ ਹੋਇਆ ਅਸੀਂ ਰੋਕ ਲਾਂਗੇ। ਠੀਕ ਹੈ ਜੀ। ਹੁਣ ਇਹਦੇ ਵਿੱਚੋਂ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਵੀ ਪੈਨਸ਼ਨ ਤਾਂ ਬੇਸ਼ੱਕ ਦੇ ਦਿੰਦੇ ਆ ਆਰਜੀ ਪੈਨਸ਼ਨ, ਪਰ ਗ੍ਰੈਜੂਟੀ ਨਹੀਂ ਦਿੰਦੇ ਹੈਗੇ। ਆਰਜੀ ਗ੍ਰੈਜੂਟੀ ਨਹੀਂ ਦਿੰਦੇ ਹੈਗੇ। ਉਹਦਾ ਕਾਰਨ ਆਪਾਂ ਪੜ੍ਹਿਆ ਸੀ ਕਿ ਜੇਕਰ ਵੱਧ ਪੇਮੈਂਟ ਹੋ ਜੇ ਤਾਂ ਉੱਥੇ ਅਕਾਊਂਟੇਬਿਲਟੀ ਫਿਕਸ ਹੁੰਦੀ ਹੈ। ਇਹਦੇ ਵਿੱਚ ਵੀ ਆਪਾਂ ਦੇਖਾਂਗੇ ਅਗਲੇ ਰੂਲਾਂ ਦੇ ਵਿੱਚ। ਤਾਂ ਇਹ ਪ੍ਰੈਕਟੀਕਲ ਨਹੀਂ ਹੈਗਾ, ਨਹੀਂ ਦਿੰਦੇ ਗ੍ਰੈਜੂਟੀ। ਹਾਂ, ਜਿੱਥੇ ਕੋਰਟ ਕੇਸ ਚੱਲ ਗਿਆ ਜਾਂ ਕੋਈ ਹੋਰ ਕਾਰਨ ਹੋ ਗਿਆ, ਕੋਈ ਐਸੀ ਐਕਸੀਜੈਂਸੀ ਹੋ ਗਈ, ਉੱਥੇ ਲਾਉਣੀ ਪੈਂਦੀ ਹੈ। ਜੇ ਅਗਲਾ ਜ਼ਿਆਦਾ ਪੜ੍ਹਿਆ ਲਿਖਿਆ ਹੋਵੇ, ਉਹਨੂੰ CSR ਵੋਲਿਊਮ 2 ਦਾ ਪਤਾ ਹੋਵੇ, ਫਿਰ ਲਾਉਣੀ ਪੈਂਦੀ ਹੈ। ਫਿਰ ਤੁਸੀਂ ਨਹੀਂ ਭੱਜ ਸਕਦੇ, ਕਿਉਂਕਿ ਕੇਸ ਦੀ ਦੇਰੀ ਦਫ਼ਤਰ ਪੱਧਰ ਤੇ ਹੋ ਰਹੀ ਹੈ, ਉਹਦੀ ਕੋਈ ਗਲਤੀ ਨਹੀਂ ਹੈਗੀ। ਠੀਕ ਹੈ ਜੀ। ਤਾਂ ਸੈਂਕਸ਼ਨ ਜਾਰੀ ਕਰ ਦੂਗਾ ਹੈਡ ਆਫ ਆਫਿਸ। ਦੇਖੋ, ਹੈਡ ਆਫ ਆਫਿਸ ਨੂੰ ਹੀ ਦੇ ਰੱਖੇ ਸਾਰੇ ਅਧਿਕਾਰ। ਸੈਂਕਸ਼ਨ ਜਾਰੀ ਕਰ ਦੂਗਾ ਤੇ ਬਿੱਲ ਡਰਾ ਕਰ ਲੂਗਾ। ਠੀਕ ਹੈ। ਹਾਂ, ਜਦੋਂ ਸੈਂਕਸ਼ਨ ਜਾਰੀ ਕਰਨੀ ਹੈ, ਆਪਾਂ ਮਾਲੇਕਾਕਾਰ ਨੂੰ ਜ਼ਰੂਰ ਇਨਫੋਰਮ ਕਰਨਾ ਕਿ ਅਸੀਂ ਆਹ ਕਰਨ ਲੱਗੇ ਹਾਂ। ਠੀਕ ਹੈ, ਵੀ ਕੇਸ ਤੁਹਾਨੂੰ ਭੇਜਿਆ ਹੋਇਆ ਤੇ ਦੇਰੀ ਹੋ ਰਹੀ ਹੈ ਤੇ ਅਸੀਂ ਆਰਜੀ ਪੈਨਸ਼ਨ ਦੇ ਰਹੇ ਹਾਂ। ਵੀ ਇਹ ਤਾਂ ਭੁੱਖਾ ਮਰ ਜੂਗਾ ਵਿਚਾਰਾ, ਇਹਨੂੰ ਮਹੀਨੇ ਪੈਨਸ਼ਨ ਮਿਲ ਰਹੀ ਸੀ, ਹੁਣ 31 ਮਾਰਚ ਟੱਪ ਗਈ, ਰਿਟਾਇਰ ਹੋ ਗਿਆ, ਹੁਣ 1 ਅਪ੍ਰੈਲ ਤੋਂ ਵਿਹਲਾ, ਤਾਂ ਕੁਛ ਤਾਂ ਦੇਣਾ ਅਗਲੇ ਨੂੰ। ਠੀਕ ਹੈ, ਤਾਂ ਹੀ ਕਹਿੰਦੇ ਹੁੰਦੇ ਵੀ ਪੈਨਸ਼ਨ ਕਿਸੇ ਵੀ ਹਾਲਾਤ 'ਚ ਰੁਕਦੀ ਨਹੀਂ ਹੈਗੀ। ਉਹ ਤਾਂ ਹੀ ਨਹੀਂ ਰੁਕਦੀ ਕਿਉਂਕਿ ਆਰਜੀ ਪੈਨਸ਼ਨ ਦੇ ਪਾਬੰਦ ਹੈਗੇ। ਠੀਕ ਹੈ ਜੀ। 9.9 ਦੇ ਵਿੱਚ ਤੁਸੀਂ ਆਰਜੀ ਪੈਨਸ਼ਨ ਇੱਕ ਦੁਬਾਰ ਤੋਂ ਫੇਰ ਪੜ੍ਹ ਲਈ, ਪਰ ਇਹ ਆਰਜੀ ਪੈਨਸ਼ਨ ਹੈ ਜਿਹੜੀ, ਇਹਦੀ ਖਾਸੀਅਤ ਇਹ ਹੈ, ਸੇਲੀਐਂਟ ਫੀਚਰਸ ਇਹ ਹੈ ਕਿ ਇਹ ਕੇਸ ਜਦੋਂ ਦੇਰੀ ਹੋ ਰਹੀ ਹੋਵੇ ਜਾਂ ਕੇਸ ਪ੍ਰਵਾਨ ਨਾ ਹੋਏ ਹੋਏ, ਓਬਜੈਕਸ਼ਨ ਲੱਗੀ ਹੋਵੇ, ਕੋਈ ਹੋਰ ਕਲੈਰੀਫਿਕੇਸ਼ਨ ਚਾਹੀਦੀ ਹੋਵੇ, ਹੈ ਨਾ, ਵੀ ਉਹ ਨੋਰਮਲ ਚੱਲ ਰਿਹਾ ਸਾਰਾ ਕੁਛ,
ਉੱਥੇ ਹੀ ਇਹ ਆਰਜੀ ਪੈਨਸ਼ਨ 9.9 ਅਧੀਨ ਲਾਉਣੀ ਹੈ। ਜਿਹੜੀ 2.2 ਸੀ ਵਾਲੀ ਆਰਜੀ ਪੈਨਸ਼ਨ ਲਾਉਣੀ ਹੈ ਤੁਸੀਂ, ਉਹ ਅੱਗੇ ਪੜਾਂਗੇ ਆਪਾਂ ਇਸੇ ਚੈਪਟਰ 'ਚ, 4-5 ਰੂਲ ਛੱਡ ਕੇ, ਠੀਕ ਹੈ, ਉਹ ਵੀ ਪੜਾਂਗੇ 9.9 ਵਾਲੀ, ਠੀਕ ਹੈ। ਇਹ ਦੇਖੋ, ਚਲੋ ਠੀਕ ਹੈ ਜੀ, ਰਿਵਾਈਜ਼ ਕਰ ਲਿਓ, ਬਾਕੀ ਆਪਾਂ ਕੱਲ ਕੰਟੀਨਿਊ ਕਰਦੇ ਫਿਰ। ਓਕੇ।